बाल चराग इश्क दा मेरा रोशन कर दे सीना, दिल दे दीवे दी रोशनाई जावे विच जमीना। FM पंजाब रंग 99.4 ਤੋਂ ਇਸ ਵੇਲੇ ਤੁਸੀਂ ਨਾਸਿਰ ਅਹਿਮਦ ਦੀ ਆਵਾਜ਼ ਸੁਣ ਰਹੇ ਹੋ। ਰਾਵਲਪਿੰਡੀ ਇਸਲਾਮਾਬਾਦ ਤੇ ਆਲ ਦਵਾਲ ਜਿੱਥੇ ਜਿੱਥੇ ਸਾਡੀ ਆਵਾਜ਼ ਪੜੀ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ। ਅੱਜ ਦੇਸੀ ਮਹੀਨੇ ਆੜ ਦੀ 25 ਤੇ ਜੁਲਾਈ ਦੀ 10 ਤਾਰੀਖ ਹੈ। ਮੰਨੇ ਪਰਮੰਨੇ ਅਦੀਬ, ਅਫਸਾਨਾ ਨਿਗਾਰ, ਕਾਲਮ ਨਿਗਾਰ ਤੇ ਸਹਾਫੀ ਅਹਿਮਦ ਨਦੀਮ ਕਾਸਮੀ ਹੋਰਾਂ ਦਾ ਉਹਨਾਂ ਦੀ ਅੱਜ 70ਵੀਂ ਬਰਸੀ ਵੀ ਮਨਾਈ ਜਾ ਰਹੀ ਹੈ। ਤੇ ਅੱਜ ਸਾਡੇ ਲਈ ਬੜੇ ਇਜ਼ਾਜ਼ ਦੀ ਗੱਲ ਹੈ, ਬੜੇ ਮਾਣ ਦੀ ਗੱਲ ਹੈ ਕਿ ਸਹਾਫਤ ਦੇ ਮੈਦਾਨ ਨਾਲ ਤਾਲੁਕ ਰੱਖਣ ਵਾਲੀ ਇੱਕ ਬੜੀ ਉੱਚੀ ਸ਼ਖਸੀਅਤ ਉਹ ਅੱਜ ਸਾਡੇ FM ਪੰਜਾਬ ਰੰਗ ਦੇ ਵਿਹੜੇ 'ਚ ਤਸ਼ਰੀਫ ਲੈ ਕੇ ਆਏ ਨੇ। ਉਹਨਾਂ ਨੇ ਸਾਡੇ FM ਪੰਜਾਬ ਰੰਗ ਦੇ ਵਿਹੜੇ ਨੂੰ ਅੱਜ ਰੌਣਕ ਬਖਸ਼ੀ ਹੈ। ਸਾਡੇ ਨਾਲ ਮੌਜੂਦ ਨੇ ਜੀ ਮੁਹੰਮਦ ਇਰਫਾਨ ਗੌਰੀ ਸਾਹਿਬ। ਇਹ ਸਾਫੀ ਨੇ, ਸਿਆਹਤ ਦਾ ਇਹਨਾਂ ਨੂੰ ਸ਼ੌਕ ਹੈ ਤੇ ਬੁਨਿਆਦੀ ਤੌਰ ਤੇ ਦਰਸੋ ਤਦਰੀਸ ਨਾਲ ਇਹਨਾਂ ਦਾ ਤਾਲੁਕ ਹੈ। ਤੇ ਅੱਜ ਦੇ ਸਾਡੇ ਦੂਸਰੇ ਪ੍ਰਾਹੁਣੇ ਅਜ਼ਹਰ ਹਿਜਾਜ਼ੀ ਸਾਹਿਬ ਨੇ। ਇਹ ਸਹਾਫਤ ਨਾਲ ਇਹਨਾਂ ਦਾ ਤਾਲੁਕ ਹੈ ਤੇ ਇਹ ਸੂਫੀਆਨਾ ਕਲਾਮ, ਸੂਫੀ ਗਾਇਕ ਵੀ ਨੇ, ਸੂਫੀਆਨਾ ਕਲਾਮ ਪੜ੍ਹਦੇ ਨੇ। ਤੇ ਸਭ ਤੋਂ ਪਹਿਲੇ ਮੁਹੰਮਦ ਇਰਫਾਨ ਗੌਰੀ ਸਾਹਿਬ, ਅਸੀਂ ਤੁਹਾਨੂੰ FM ਪੰਜਾਬ ਰੰਗ ਦੇ ਵਿਹੜੇ 'ਚ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਤੁਹਾਡਾ। ਅੱਜ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਸਹਾਫਤ ਦੇ ਬਾਰੇ ਵੀ, ਤੁਹਾਡਾ ਮਜ਼ਮੂਨ ਹੈ ਇਹਦੇ ਬਾਰੇ ਵੀ ਗੱਲ ਕਰਨੀ ਹੈ। ਤੇ ਸਭ ਤੋਂ ਪਹਿਲੇ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਆਪਣੀ ਜੰਮ ਪਲ ਦੇ ਬਾਰੇ ਦੱਸੋ। ਬਹੁਤ ਸ਼ੁਕਰੀਆ ਜੀ ਤੁਹਾਡਾ। ਮੇਰੀ ਬੇਸਿਕਲੀ ਪੈਦਾਇਸ਼ ਜਿਹੜੀ ਹੈ ਉਹ ਮੀਰਪੁਰ 'ਚ, ਮੀਰਪੁਰ ਜਿਹੜਾ ਆਜ਼ਾਦ ਕਸ਼ਮੀਰ ਵਿੱਚ ਮੀਰਪੁਰ ਹੈ। ਇੱਕ ਤੇ ਮੀਰਪੁਰ ਹੈ, ਮੀਰਪੁਰ ਖਾਸ ਜਿਹੜਾ ਕਿ ਸਿੰਧ ਵਿੱਚ ਜਿਹੜਾ ਆਜ਼ਾਦ ਕਸ਼ਮੀਰ 'ਚ ਮੀਰਪੁਰ ਹੈ, ਉਹਦੇ ਵਿੱਚ ਤਹਿਸੀਲ ਡਡਿਆਲ ਔਰ ਉਸ ਦੇ ਵਿੱਚ ਅੱਗੇ ਫਿਰ ਗ੍ਰਾਮ ਹੈ ਸੁਰੱਖੀ ਜੀ। ਉੱਥੇ ਦੀ ਮੇਰੀ ਪੈਦਾਇਸ਼ ਹੈ। ਔਰ ਜਿਹੜੀ ਮੇਰੀ ਬੇਸਿਕ ਸਕੂਲਿੰਗ ਸੀ, ਯਾਨੀ ਪਹਿਲੀ ਤੋਂ ਲੈ ਕੇ ਤੇ ਤੀਸਰੀ ਤੱਕ, ਉਹ ਬਿਲਕੁਲ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਹੋਈ। ਅੱਛਾ। ਔਰ ਉਸ ਤੋਂ ਬਾਅਦ ਫਿਰ ਮੇਰੇ ਵਾਲਿदैन ਨੇ ਮੈਨੂੰ ਡਡਿਆਲ ਜਿਹੜਾ ਸਾਡੀ ਤਹਿਸੀਲ ਹੈ ਉੱਥੇ ਇੱਕ ਸਕੂਲ ਸੀ, ਉੱਥੇ ਦਾਖਲ ਕਰਾਇਆ। ਫਿਰ ਉਸ ਤੋਂ ਬਾਅਦ ਫਿਰ ਚੱਲ ਜ਼ਿੰਦਗੀ ਦਾ ਸਿਲਸਿਲਾ ਜਿਹੜਾ ਉਹ ਚੱਲਦਾ ਰਿਹਾ। ਠੀਕ। ਤੇ ਮੁੱਢਲੀ ਤਾਲੀਮ ਤੁਸੀਂ ਆਪਣੇ ਪਿੰਡ 'ਚ ਹਾਸਲ ਕੀਤੀ? ਜੀ, ਸ਼ੁਰੂ ਦੀਆਂ 3 ਕਲਾਸਾਂ ਜਿਹੜੀਆਂ ਨੇ। ਅੱਛਾ। ਔਰ ਬਿਲਕੁਲ, ਔਰ ਉਹ ਜਦੋਂ ਮੈਂ ਪਿੰਡ ਦੀ ਗੱਲ ਕਰ ਰਿਹਾ ਤੇ ਇਹ ਉਹ ਪਿੰਡ ਸੀ ਕਿ ਹੁਣ ਤੇ ਬੜੀਆਂ ਸਹੂਲਤਾਂ ਤੇ ਬੜੀ ਚੇਂਜ ਹੋ ਗਿਆ। ਬੜਾ ਫਾਰ ਫਲੰਗ ਏਰੀਆ ਸੀ ਔਰ ਬਿਲਕੁਲ ਜਿਹੜਾ ਨਾ ਉਹ ਅਸੀਂ ਉਸੇ ਜਿਹੜਾ ਟਿਪੀਕਲ ਜਿਹੜੇ ਹੁਣ ਦੀ ਸ਼ਾਇਦ ਜਿਹੜੀ ਜਨਰੇਸ਼ਨ ਹੈ ਉਹਨਾਂ ਵਾਸਤੇ ਸ਼ਾਇਦ ਇੰਨਾ ਇਹ ਫੈਮਿਲੀਅਰ ਨਹੀਂ ਹੋਏਗਾ ਕਿ ਜਿਹਦੇ ਵਿੱਚ ਇਹ ਸੀ ਕਿ ਉਹ ਪੁਰਾਣੇ ਕਮਰੇ ਸਕੂਲਾਂ ਦੇ ਥੱਲੇ ਬੰਨ ਹੁੰਦੀ ਸੀ। ਬੰਨ ਸ਼ਾਇਦ ਤੁਸੀਂ ਸਮਝਦੇ ਹੋ ਕਿ ਜਿਹੜਾ ਤਲਾਬ ਹੁੰਦਾ ਸੀ, ਉੱਥੇ ਅਸੀਂ ਤਖਤੀਆਂ ਧੋਂਦੇ ਸਾਂ। ਜੀ ਠੀਕ ਹੈ। ਫਿਰ ਉਹ ਗਾਚੀ ਤਖਤੀ ਉਹ ਵਾਲਾ ਉਹ ਸਾਰਾ ਕਲਚਰ ਉਸ ਵੇਲੇ ਜਿਹੜਾ ਸੀ ਉਹ ਹੈ ਸੀ। ਬਿਜਲੀ ਨਹੀਂ ਸੀ, ਯਾਨੀ ਜਿਹੜੀਆਂ ਜਦੀਦ ਸਹੂਲਤਾਂ ਨੇ ਉਹ ਬਿਲਕੁਲ ਨਹੀਂ ਸਨ। ਬਲਕਿ ਮੈਨੂੰ ਯਾਦ ਹੈ ਕਿ ਸਾਡੇ ਉਸ ਵੇਲੇ ਉਹ ਸਰਵੇ ਕਰਨ ਵਾਸਤੇ ਜੀਪ ਆਈ ਤੇ ਕਿ ਬਈ ਸੜਕ ਦਾ ਸਰਵੇ ਕਰਨ ਵਾਸਤੇ, ਤੇ ਸਾਡੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਸਾਂ ਅੱਧੀ ਛੁੱਟੀ ਹੋਈ ਹੈ, ਯਾਨੀ ਅੱਧੀ ਛੁੱਟੀ ਤੋਂ ਮੁਰਾਦ ਜਿਹੜੀ ਉਹ ਹੁੰਦੀ ਸੀ ਰਿਸੈਸ ਹੁੰਦੀ ਸੀ। ਉਹਦੇ ਵਿੱਚ ਅਸੀਂ ਛੋਟੇ ਛੋਟੇ ਜਨਾਬ ਉਹ ਸਾਰੇ ਉਹ ਜੀਪ ਵੇਖਣ ਚਲੇ ਗਏ ਕਿ ਯਾਰ ਸਾਡੇ ਪਿੰਡ 'ਚ ਜੀਪ ਆਈ ਹੈ। ਤੇ ਮਤਲਬ ਬਿਲਕੁਲ ਹੀ ਮੁਖਤਲਿਫ ਮਾਹੌਲ ਜਿਹੜਾ ਹੈ ਉਹ ਅਸੀਂ ਵੇਖਿਆ। ਤੇ ਹੁਣ ਤੇ ਸਾਰਾ ਨਕਸ਼ਾ ਹੀ ਬਦਲ ਗਿਆ। ਹੁਣ ਤੇ ਜਨਾਬ ਜਿਹੜਾ ਮੀਰਪੁਰ ਜ਼ਿਲ੍ਹਾ ਇਟਸੈਲਫ ਜੀ, ਔਰ ਉਹਦੇ ਵਿੱਚ ਫਿਰ ਜਿਹੜੀ ਡਡਿਆਲ ਤਹਿਸੀਲ ਹੈ ਸਾਡੀ, ਉਹ ਕਾਫੀ ਯਾਨੀ ਇੱਕ ਤੇ ਚੁੱਕੇ ਉਹ ਤੁਹਾਨੂੰ ਉਹਦਾ ਅੰਦਾਜ਼ਾ ਹੀ ਹੋਣਾ। ਅਕਸਰ ਲੋਕ ਜਾਣਦੇ ਨੇ ਕਿ ਸਾਡੇ ਬਹੁਤ ਸਾਰੇ ਲੋਕ ਜਿਹੜੇ, ਬਲਕਿ ਮੈਜੋਰਿਟੀ ਸਾਡੀਆਂ ਫੈਮਲੀਜ਼ ਜਿਹੜੀਆਂ, ਅਸੀਂ ਸਾਰੀਆਂ ਤੁਹਾਨੂੰ ਗੱਲਾਂ ਕਰਨੀਆਂ ਨੇ ਸੀ ਤੇ ਮੈਂ ਚਾਹਾਂਗਾ ਕਿ ਅਸੀਂ ਅੱਗੇ ਜਾ ਕੇ ਗੱਲ ਕਰਾਂਗੇ। ਤੇ ਬਲਕਿ ਮੈਨੂੰ ਬਾਕੀ ਸਦੀਕੀ ਦੀ ਇੱਕ ਨਜ਼ਮ ਯਾਦ ਆ ਗਈ ਨਾ, ਤੁਸੀਂ ਕਿਹਾ ਕਿ ਪਿੰਡਾਂ ਦਾ ਨਕਸ਼ਾ ਹੁਣ ਬਦਲ ਗਿਆ। ਉਹ ਕਹਿੰਦੇ ਨੇ ਕਿ ਨਾ ਉਹ ਪਿੰਗਾ ਨਾ ਉਹ ਝੂਟੇ, ਨਾ ਉਹ ਗੁਮਰੇ ਗੁਮਰੇ ਬੂਟੇ, ਨਾ ਉਹ ਗੋੜੀ ਛਾਂ, ਐ ਨਹੀਂ ਮੈਂ ਨਗਰਾ। ਤੇ ਮੈਂ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਕਿ ਸਾਡੇ ਨਾਲ ਮੌਜੂਦ ਨੇ ਮੁਹੰਮਦ ਇਰਫਾਨ ਗੌਰੀ ਸਾਹਿਬ ਤੇ ਦਰਸੋ ਤਦਰੀਸ ਨਾਲ ਇਹਨਾਂ ਦਾ ਤਾਲੁਕ ਹੈ, ਸਹਾਫੀ ਨੇ। ਤੇ ਅੱਜ ਦੇ ਸਾਡੇ ਦੂਸਰੇ ਪ੍ਰਾਹੁਣੇ ਨੇ ਅਜ਼ਹਰ ਹਿਜਾਜ਼ੀ ਸਾਹਿਬ ਤੇ ਇਹਨਾਂ ਕੋਲ ਅਸੀਂ ਅੱਜ ਸੂਫੀਆਨਾ ਕਲਾਮ ਵੀ ਸੁਣਾਂਗੇ। ਤੁਸੀਂ ਵੀ ਸਾਡੇ ਸ਼ੋਅ ਦਾ ਹਿੱਸਾ ਬਣੋ, ਸਾਨੂੰ WhatsApp ਤੇ ਮੈਸੇਜ ਕਰ ਲਓ 05192919521 ਤੇ ਸਾਨੂੰ ਕਾਲ ਕਰੋ 05192919520 ਤੇ ਅਜ਼ਹਰ ਹਿਜਾਜ਼ੀ ਸਾਹਿਬ, ਅਸੀਂ ਤੁਹਾਨੂੰ ਵੀ FM ਪੰਜਾਬ ਰੰਗ ਦੇ ਵਿਹੜੇ ਜੀ ਆਇਆਂ ਨੂੰ ਕਹਿੰਦੇ ਹਾਂ। ਬਹੁਤ ਸ਼ੁਕਰੀਆ ਜਨਾਬ, ਤੁਸੀਂ ਬੁਲਾਇਆ। ਬਹੁਤ ਧੰਨਵਾਦ। ਤੇ ਕਲਾਮ ਤੁਹਾਡੇ ਕੋਲ ਅਸੀਂ ਹਮਦੀਆ ਕਲਾਮ ਸੁਣਾਂਗੇ ਹੁਣ। ਤੇ ਉਸ ਤੋਂ ਪਹਿਲੇ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਲਈ ਦੱਸੋ ਕਿ ਬੁਨਿਆਦੀ ਤੌਰ ਤੇ ਤੁਸੀਂ ਸਹਾਫੀ ਹੋ ਤੇ ਸੂਫੀਆਨਾ ਕਲਾਮ ਗਾਵਣ ਵੱਲ ਕਿਵੇਂ ਰੁਝਾਨ ਪੈਦਾ ਹੋਇਆ? ਸਰ, ਦੀਨੀ ਘਰਾਨਾ ਮੇਰਾ ਤੇ ਮੈਨੂੰ ਤਕਰੀਬਨ ਮੇਰਾ ਖਿਆਲ ਤੀਸਰੀ ਕਲਾਸ ਦਾ ਤਾਲਿਬ ਇਲਮ ਸਾਂ ਤੇ ਮੈਂ ਆਪਣੇ ਸਕੂਲ ਵਿੱਚ ਪਹਿਲੀ ਨਾਤ ਪੜ੍ਹੀ ਸੀ ਜੀ।
ਤੇ ਜਿਸਲੇ ਉਸਦਾ ਅੱਬਾ ਜੀ ਬੁਲਾ ਲੈਂਦੇ ਸਨ ਕਿ ਸਕੂਲੋਂ ਜਿਸਲੇ ਵਾਪਸ ਆਉਂਦਾ ਸਾਂ ਕਿ ਪੁੱਤਰ ਮੀਆਂ ਸਾਹਿਬ ਦੀ ਕਿਤਾਬ ਲਾਇਆ ਤੇ ਫਲਾਣਾ ਸਫੇ ਤੂੰ ਜਿਹੜਾ ਫਲਾਣਾ ਸ਼ੇਰ ਹੈ ਨਾ ਉਸ ਤੋਂ ਅੱਗੋਂ ਸ਼ੁਰੂ ਕਰ। ਵਾਹ। इसलिए इस तरह ये कंसेप्ट ਜਿਹੜਾ ਘਰੋਂ ਸਾਰਾ ਜਿਹੜਾ ਤਰਬੀਅਤ ਦਾ ਹਿੱਸਾ ਸੀ ਬਚਪਨ ਤੋਂ ਹੀ। ਤੇ ਇਹ ਤੁਸੀਂ ਬਕਾਇਦਾ ਕਿਸੇ ਕੋਲ ਸਿੱਖਿਆ ਵੀ ਹੈ? ਸਿੱਖਣ ਦੀ ਹੁਣ ਦਿਲ ਕਰ ਰਿਹਾ ਕਿ ਹੁਣ ਸਿੱਖ ਲਈਏ, ਅੱਛਾ। ਲੇਕਿਨ ਇਸ ਤੋਂ ਪਹਿਲੇ ਬਸ ਜੋ ਕੁਝ ਕੁਦਰਤ ਵੱਲੋਂ ਮਿਲਿਆ ਸੀ ਉਹ ਬਸ ਇਤਨਾ ਕੁਝ ਸੀ ਕਿ ਮਹਿਸੂਸ ਹੀ ਨਹੀਂ ਕੀਤਾ ਸਿੱਖਣਾ ਵੀ ਚਾਹੀਦਾ। ਠੀਕ ਹੈ, ਤੁਹਾਡੇ ਨਾਲ ਵੀ ਗੱਲਬਾਤ ਦਾ ਸਿਲਸਿਲਾ ਤੇ ਚੱਲਦਾ ਰਹੇਗਾ ਤੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਜਿਹੜਾ ਸਾਨੂੰ ਹਮਦੀਆ ਕਲਾਮ ਸੁਣਾਓ। अव्वल हमद सना इलाही जो मालिक हर हर दा उस दा नाम चितारन वाला हर मैदान न हरदा ते काम तमाम मुयसर होंदे नाम ओदा चित तरिया रहमो सुके सावे करदा कहरों साड़े हरिया ते कुदरत थी जिस है बाग बनाए जग संसार तमामी रंग बरंगे बूटे लाए कुछ खासे कुछ आमी ते इक ना दे फल ओ मिठे कीते पत उन्हां दे कौड़े एक ना दे फुलकारी आवन नफे फलां दे थोड़े ते इस अजाइब बागे अंदर आदम दा रुख लाया मारफत दा मेवा दे के वाह फलदार बनाया।
ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ। ਤੁਸੀਂ ਸੁਣ ਰਹੇ ਸੋ ਹਜ਼ਰਤ ਮੀਆਂ ਮੁਹੰਮਦ ਬਖਸ਼ ਦਾ ਕਲਾਮ ਤੇ ਆਵਾਜ਼ ਸੀ ਜਨਾਬ ਅਜ਼ਹਰ ਹਿਜਾਜ਼ੀ ਹੋਰਾਂ ਦੀ। ਤੇ ਮਾਸ਼ਾਅੱਲਾ ਸਾਡੇ ਤੇ ਇੱਕ ਅਜੀਬ ਜੀ ਕੈਫੀਅਤ ਤਾਰੀ ਹੋ ਗਈ ਹੈ ਤੇ ਰੱਬ ਨੇ ਬੜੀ ਸੋਹਣੀ ਆਵਾਜ਼ ਤੋਂ ਤੁਹਾਨੂੰ ਨਵਾਜ਼ਿਆ ਜੀ ਤੇ ਬੜਾ ਚੰਗਾ ਲੱਗਿਆ ਤੁਹਾਡੀ ਆਵਾਜ਼ 'ਚ ਕਲਾਮ ਸੁਣ ਕੇ। ਤੇ ਅਸੀਂ ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਸਾਡੇ ਨਾਲ ਮੌਜੂਦ ਨੇ ਮੁਹੰਮਦ ਇਰਫਾਨ ਗੌਰੀ ਸਾਹਿਬ। ਗੌਰੀ ਸਾਹਿਬ, ਤੁਸੀਂ ਸ਼ੋਅ ਦੇ ਸ਼ੁਰੂ 'ਚ ਤੁਸੀਂ ਦੱਸਿਆ ਕਿ ਤੁਸੀਂ ਇੱਕ ਪਿੰਡ ਦੀ ਤੁਹਾਡੀ ਜੰਮ ਪਲ ਤੇ ਬੁਨਿਆਦੀ ਤਾਲੀਮ ਤੁਸੀਂ ਉੱਥੇ ਹਾਸਲ ਕੀਤੀ। ਫਿਰ ਅੱਗੇ ਜਿਹੜਾ ਸਹਾਫੀ ਬਣਨ ਦਾ ਸਫ਼ਰ ਹੈ ਇਹਦੇ ਬਾਰੇ ਵੀ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਇਧਰ ਸਹਾਫਤ ਵੱਲ ਕਿਵੇਂ ਰੁਝਾਨ ਪੈਦਾ ਹੋਇਆ। ਨਾਸਰ ਸਾਹਿਬ ਦੇਖੋ, ਮੇਰੀ ਜਿਹੜੀ ਬਾਕੀ ਫੈਮਿਲੀ ਹੈ ਉਹ ਜ਼ਿਆਦਾਤਰ ਮੁxtਲਿਫ ਪ੍ਰੋਫੈਸ਼ਨ, ਮੇਨਲੀ ਮੈਡੀਕਲ ਸਾਇੰਸ ਤੇ ਇਸ ਤੋਂ ਇਲਾਵਾ ਜਿਹੜੇ ਨੇ ਨਾ ਮੇਰੀ ਫੈਮਿਲੀ ਜਿਹੜੀ ਹੈ ਉਹ ਦੀਨੀ ਤਾਲੀਮ ਤੇ ਤਦਰੀਸ ਇਹਨਾਂ ਨਾਲ ਹੀ ਉਹਨਾਂ ਦਾ ਰਿਹਾ, ਜਿਹੜਾ ਉਹਨਾਂ ਦਾ ਸਿਲਸਿਲਾ ਰਿਹਾ। ਮੇਰਾ ਜਿਹੜਾ ਸਹਾਫਤ ਨਾਲ ਇੰਟਰੋਡਿਊਸ ਹੋਣਾ ਉਹ ਇੱਕ ਤੁਸੀਂ ਉਹਨੂੰ ਕੋ ਇਨਸੀਡੈਂਟ ਕਹੋ ਜਾਂ ਵਟਐਵਰ, ਹੋਇਆ ਇਸ ਤਰ੍ਹਾਂ ਕਿ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ, ਯਾਨੀ ਇਟਸ ਬੈਕ ਇਨ ਮਿਡ 90s, ਯਾਨੀ 96 97 ਦੀ ਗੱਲ ਹੈ। ਤੇ ਮੈਂ ਉਸ ਵੇਲੇ ਜਿਹੜਾ ਸੀ ਉੱਥੇ ਆਜ਼ਾਦ ਕਸ਼ਮੀਰ ਸਾਡੇ ਹੁੰਦਾ ਹੈ ਕਿ ਜਿਸ ਤਰ੍ਹਾਂ ਇੱਥੇ ਸਾਡਾ CSS ਹੁੰਦਾ, ਪੰਜਾਬ ਵਿੱਚ ਪਬਲਿਕ ਸਰਵਿਸ ਕਮਿਸ਼ਨ ਹੁੰਦਾ, ਇਸ ਦੇ ਨਾਲ ਮਿਲਦਾ ਜੁਲਦਾ ਹੁੰਦਾ ਉੱਥੇ ਵੀ ਪਬਲਿਕ ਸਰਵਿਸ ਕਮਿਸ਼ਨ, ਜਿਹੜਾ ਕਿ ਸਾਡੇ CSS ਦੇ ਬਰਾਬਰ ਤਾਂ ਨਹੀਂ ਹੈ ਲੇਕਿਨ ਜਿਹੜਾ ਉੱਥੇ ਸਾਡੀ ਜਿਹੜੀ ਆਜ਼ਾਦ ਕਸ਼ਮੀਰ ਦੇ ਹਵਾਲੇ ਨਾਲੋਂ ਉਸੇ ਦੇ ਕਰੀਬ ਹੈ। ਉਹ ਮੈਨੂੰ ਚੁੱਕੇ ਇਹ ਸੀ ਕਿ ਬਈ ਹੁਣ ਅੱਗੇ ਜਿਹੜਾ ਨਾ ਮੁਸਤਕਬਲ ਵਿੱਚ ਕੀ ਕਰਨਾ। ਤੇ ਇੱਕ ਤਾਂ ਇਹ ਸੀ ਕਿ ਉਸ ਤੋਂ ਪਹਿਲਾਂ ਮੈਂ ਪੜ੍ਹਾਉਂਦਾ ਪਿਆ ਸਾਂ, ਯਾਨੀ ਮੈਂ ਜਿਹੜਾ ਨਾ ਯਾਨੀ ਆਪਣੀ ਮੈਟ੍ਰਿਕ ਤੋਂ ਬਾਅਦ ਹੀ ਮੇਰਾ ਜਿਹੜਾ ਤਦਰੀਸ ਵਾਲਾ ਮਾਮਲਾ ਸੀ ਉਹ ਮੈਂ ਸ਼ੁਰੂ ਕਰਤਾ ਸੀ। ਤੇ ਉਸ ਜ਼ਮਾਨੇ ਵਿੱਚ ਮੈਨੂੰ ਇਹ ਦੱਸਿਆ ਗਿਆ ਸੀ ਕਿ ਬਈ ਇਹ ਤੁਸੀਂ ਡਾਨ ਪੜ੍ਹਿਆ ਕਰੋ, ਡਾਨ ਅਖਬਾਰ ਜਿਹੜਾ ਨਾ। ਤੇ ਮੈਂ ਉਹ ਜਿਹੜਾ ਡਾਨ ਅਖਬਾਰ ਜਿਹੜਾ ਉਹ ਤਕਰੀਬਨ ਸਾਲ ਇੱਕ, ਉਸ ਵੇਲੇ ਡਾਨ ਅਖਬਾਰ ਜਿਹੜਾ ਉਹ ਆਉਂਦਾ ਸੀ ਕਰਾਚੀ ਤੋਂ ਔਰ 12 ਵਜੇ ਦੇ ਕਰੀਬ ਉਹ ਡਿਲੀਵਰ ਹੁੰਦਾ ਸੀ। ਤੇ ਉਹ ਮੈਂ ਅਖਬਾਰ ਜਿਹੜਾ ਨਾ ਬੜਾ ਰੈਗੂਲਰਲੀ ਪੜ੍ਹਦਾ ਸਾਂ। ਨਾ ਸਿਰਫ ਕਿ ਮੈਂ ਉਹਨੂੰ ਮਤਲਬ ਹੈ ਕਿ ਸਿਰਫ ਖਬਰਾਂ, ਬਲਕਿ ਜਿਹੜੇ ਐਡੀਟੋਰੀਅਲ ਪੇਜਿਸ ਨੇ ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਇਕਨੋਮਿਕ ਪੇਜਿਸ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਉਹ ਮੈਂ ਪੜ੍ਹਦਾ ਸਾਂ। ਤੇ ਉਸ ਤੋਂ ਮੈਨੂੰ ਥੋੜਾ ਇਹ ਲੱਗਾ ਕਿ ਯਾਰ ਜਦੋਂ ਤੁਸੀਂ ਚੀਜ਼ ਰੈਗੂਲਰ ਰੋਜ਼ ਪੜ੍ਹ ਰਹੇ ਹੁੰਦੇ ਹੋ ਤਾਂ ਮੈਨੂੰ ਲੱਗਾ ਕਿ ਯਾਰ ਇਹ ਵੀ ਕੋਈ ਮਜ਼ੇਦਾਰ ਜੀ ਚੀਜ਼ ਹੈ ਜਿਹੜੀ ਹੈ ਲੋਕ ਲਿਖਾਉਂਦੇ ਨੇ, ਕਿਉਂਕਿ ਸ਼ੌਕ ਸੀ ਥੋੜਾ ਬਹੁਤ ਲਿਖਣ ਦਾ। ਤੇ ਉਹ ਖੈਰ ਜਿਹੜੀ ਮੈਂ ਉਹ ਅਟੈਂਪਟ ਕੀਤੀ, ਅਲਹਮਦੁਲਿਲਾ ਮੇਰੀ ਉਹ ਅਟੈਂਪਟ ਕਾਮਯਾਬ ਹੋਈ ਪਹਿਲੀ ਅਟੈਂਪਟ ਵਿੱਚ ਹੀ। ਲੇਕਿਨ ਮੈਂ ਉਹ ਰਿਅਲਾਈਜ਼ ਇਹ ਕੀਤਾ ਕਿ ਸ਼ਾਇਦ ਅਗਰ ਉਸਲੇ ਸੈਕਸ਼ਨ ਆਫਿਸਰ ਦੇ ਪੋਸਟ ਸੀ, ਲੇਕਿਨ ਮੈਂ ਉਸਨੂੰ ਉਸ ਵੇਲੇ ਮੁਜ਼ੱਫਰਾਬਾਦ ਜੁਆਇਨ ਨਹੀਂ ਕੀਤਾ। ਤੇ ਮੇਰੇ ਘਰ ਵਾਲੇ ਬੜੇ ਮੇਰੇ ਤੋਂ ਉਹ ਸਨ ਕਿ ਯਾਰ ਮਤਲਬ ਲੋਕ ਤੇ ਡ੍ਰੀਮ ਕਰਦੇ ਨੇ ਕਿ ਤੁਸੀਂ ਪਬਲਿਕ ਸਰਵਿਸ ਕਮਿਸ਼ਨ ਕਰਕੇ ਤੇ ਤੁਸੀਂ ਜਾਂਦੇ ਹੋ ਤੇ ਤੁਸੀਂ ਜਨਾਬ ਕੀ ਕਰਦੇ ਪਿਓ। ਤੇ ਉਹਨੇ ਕਿਹਾ ਤੂੰ ਕਰਨਾ ਕੀ ਹੈ? ਮੈਂ ਕਿਹਾ ਜੀ ਮੈਂ ਸਹਾਫਤ ਕਰਨੀ ਹੈ। ਉਹ ਸਹਾਫਤ ਜਿਹੜੀ ਹੈ ਉਹ ਇਸ ਤਰੀਕੇ ਨਾਲ ਮੇਰਾ ਸ਼ੌਕ ਸੀ ਜੀ। ਤੇ ਮੈਂ ਉੱਥੇ ਇੱਕ ਵਾਲਿਦ ਸਾਹਿਬ, ਅਸੀਂ ਰਹਿੰਦੇ ਸਾਂ I9 ਵਿੱਚ ਇੱਥੇ ਇਸਲਾਮਾਬਾਦ, ਤੇ ਉੱਥੇ ਮੇਰੇ ਵਾਲਿਦ ਸਾਹਿਬ ਦੇ ਦੋਸਤ ਸਨ ਡਾਕਟਰ ਅਬਦੁਲ ਸਮੀ ਕੁਰੈਸ਼ੀ। ਉਹ ਲਿਖਣ ਲਿਖਾਣ ਦਾ ਉਹਨਾਂ ਨੂੰ ਵੀ ਹੋਮਿਓਪੈਥਿਕ ਦੇ ਡਾਕਟਰ ਸਨ ਔਰ ਅੱਛਾ ਮਤਲਬ ਹੈ ਕਿ ਉਹਨਾਂ ਨੂੰ ਲਿਖਣ ਲਿਖਾਣ ਦਾ ਸ਼ੌਕ ਸੀ। ਤੇ ਮੈਂ ਉਹਨਾਂ ਕੋਲੋਂ ਪੁੱਛਿਆ, ਮੈਂ ਕਿਹਾ ਜੀ ਕਿ ਬਈ, ਔਰ ਉਹਨਾਂ ਦੇ ਦਾਮਾਦ ਜਿਹੜੇ ਸਨ ਉਹ ਸਨ ਉਹਦੇ ਵਿੱਚ ਨਵਾਏ ਵਕਤ 'ਚ। ਤੇ ਮੈਂ ਉਹਨਾਂ ਤੋਂ ਪੁੱਛਿਆ, ਮੈਂ ਕਿਹਾ ਜੀ ਮੈਨੂੰ ਇਸ ਤਰ੍ਹਾਂ ਸ਼ੌਕ ਹੈ ਤੇ ਮੈਂ ਕੀ ਕਰਾਂ। ਤੇ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਬਈ ਤੁਸੀਂ ਜਿਹੜੀ ਅਗਰ ਸਹਾਫਤ ਸਿੱਖਣੀ ਹੈ ਤੇ ਇੱਕ ਇਦਾਰਾ ਹੁਣ ਵੀ ਹੈ ਲੇਕਿਨ ਸ਼ਾਇਦ ਹੁਣ ਉਹ ਇੰਨਾ ਚੇਂਜ ਹੋ ਗਿਆ ਵਕਤ, ਉਹ ਪਾਕਿਸਤਾਨ ਪ੍ਰੈਸ ਇੰਟਰਨੈਸ਼ਨਲ PPI। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਉੱਥੇ ਜਿਹੜਾ ਨਾ ਉਹ ਚਲੇ ਜਾਓ। ਉਹ ਫਿਰ ਅਲੱਗ ਕਹਾਣੀ ਹੈ, ਉੱਥੇ ਮੈਂ ਕਿਵੇਂ ਗਿਆ, ਕਿਸ ਤਰੀਕੇ ਨਾਲ ਗਿਆ, ਉਹ ਵੀ ਬੜੀ ਇੱਕ ਮਜ਼ੇਦਾਰ ਕਹਾਣੀ ਹੈ। ਅਗਰ ਟਾਈਮ ਮਿਲਿਆ ਤੁਸੀਂ ਪੁੱਛੋਗੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਤੇ ਉਹ ਉੱਥੇ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਚਲੇ ਜਾਓ ਤੇ ਉੱਥੇ ਜਿਹੜਾ ਨਾ ਤੁਹਾਨੂੰ ਅਗਰ ਤੁਸੀਂ ਸਹਾਫਤ ਕਰਨੀ ਹੈ ਤੇ ਐਨੀ ਆਓ ਜੀ। ਮੈਂ ਨੈਕਸਟ ਡੇ ਮੈਂ ਉਹਨਾਂ ਕੋਲ ਪੁੱਛਿਆ, ਮੈਂ ਕਿ ਬਈ ਇਹ ਕਿੱਥੇ? ਉਹਨਾਂ ਨੇ ਮੈਨੂੰ ਦੱਸਿਆ ਕਿ ਸੁਪਰ ਮਾਰਕੀਟ ਉਹਨਾਂ ਦਾ ਦਫ਼ਤਰ ਹੈ। ਤੇ ਉਸ ਵੇਲੇ ਉੱਥੇ ਉਹਨਾਂ ਦਾ ਸੁਪਰ ਮਾਰਕੀਟ ਦਫ਼ਤਰ ਸੀ। ਤੇ ਮੈਂ ਉੱਥੇ ਜਰਾ ਪਹੁੰਚ ਗਿਆ, ਸੁਪਰ ਮਾਰਕੀਟ ਗਿਆ ਤੇ ਮੈਂ ਉੱਥੇ ਜਾ ਕੇ ਉਹਨਾਂ ਕੋਲੋਂ ਪੁੱਛਿਆ ਕਿ ਬਈ ਤੁਸੀਂ ਇਹ ਦੱਸੋ ਕਿ ਬਈ ਉਹ ਆਪਣਾ ਜਿਹੜਾ ਇੱਥੇ ਹੈੱਡ ਕੌਣ ਨੇ? ਤੇ ਉਹ ਇੱਕ ਉੱਥੇ DG ਸਾਹਿਬ ਸਨ ਜਿਹੜੇ ਡਾਇਰੈਕਟਰ ਜਨਰਲ ਸਨ। ਤੇ ਮੈਂ ਕਿਹਾ ਜੀ ਮੈਂ ਉਹਨਾਂ ਨੂੰ ਮਿਲਣਾ। ਤੇ ਉਹ ਜਿਹੜਾ ਸੀ ਉੱਥੇ ਜਿਹੜਾ ਬੰਦਾ ਉਹ
ਆਫਿਸ ਬॉय, ਉਹਨੇ ਕਿਹਾ ਜੀ ਕਿ ਉਹ ਬਾਹਰ ਉਹਨਾਂ ਕੋਲੋਂ ਤੁਸੀਂ ਟਾਈਮ ਲਿਆ, ਕੀ ਸਿਲਸਿਲੇ 'ਚ ਮਿਲਣਾ। ਮੈਂ ਕਿਹਾ ਯਾਰ ਮੈਨੂੰ ਮਿਲਾ ਦੇ। ਮੈਂ ਖੈਰ ਉਹਨਾਂ ਕੋਲ ਚਲਾ ਗਿਆ, ਉਹਨਾਂ ਕੋਲੋਂ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੈਂ ਕਿ ਜੀ ਇਸ ਤਰ੍ਹਾਂ ਮੈਂ ਜਿਹੜੀ ਹੈ ਨਾ, ਮੈਂ ਸਾਫਤ ਦਾ ਮੈਨੂੰ ਸ਼ੌਕ ਹੈ ਤੇ ਉਹ ਮੈਂ ਕਰਨੀ ਹੈ। ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਇੱਥੇ ਟੈਸਟ ਲੈਂਦੇ ਹਾਂ ਤੇ ਤੁਸੀਂ ਅਗਰ ਟੈਸਟ ਪਾਸ ਕਰ ਜਾਓ ਤੇ ਫਿਰ ਤੁਹਾਨੂੰ ਜਿਹੜਾ ਨਾ ਅਸੀਂ ਐਜ਼ ਟ੍ਰੇਨੀ ਅਸੀਂ ਰੱਖਾਂਗੇ। ਤੇ ਮੈਂ ਸਰ ਉਹ ਮੈਂ ਕਿਹਾ ਜੀ ਠੀਕ ਹੈ। ਤੇ ਮੈਂ ਉਹਨਾਂ ਨੇ ਕਿਹਾ, ਮੈਂ ਕਿਹਾ ਜੀ ਤੁਸੀਂ ਟੈਸਟ ਲੈ ਲਓ। ਉਹਨੇ ਕਹਿੰਦੇ ਤੁਸੀਂ ਤਿਆਰੀ ਕਰਕੇ ਆਓ। ਮੈਂ ਕਿਹਾ ਯਾਰ ਮੈਂ ਹੁਣ ਆਇਆ ਤੇ ਤੁਸੀਂ ਟੈਸਟ ਲੈ ਲਓ। ਉਹ ਉਹਨਾਂ ਨੇ ਮੈਨੂੰ ਭੇਜ ਦਿੱਤਾ ਉੱਥੇ, ਜਿਹੜੇ ਉਸਲੇ ਡੈਸਕ ਇੰਚਾਰਜ ਸਨ ਮਕਬੂਲ ਮਲਿਕ ਸਾਹਿਬ ਜੀ, ਠੀਕ ਹੈ, ਉਹ ਨੇਸ਼ਨ ਵਿੱਚ ਹੁੰਦੇ ਨੇ, ਦਾ ਨੇਸ਼ਨ ਅਖਬਾਰ ਵਿੱਚ ਹੁਣ ਹੁੰਦੇ ਨੇ, ਉਹ ਉਸਲੇ ਇੰਚਾਰਜ ਸਨ, ਉਸਲੇ ਬੈਠੇ ਹੋਏ। ਉਸਲੇ ਉੱਥੇ PPI ਬੜੀ ਰੌਣਕ ਸੀ, ਯਾਨੀ ਉਹ ਬੜਾ ਵਾਈਬਰੈਂਟ ਕਿਸਮ ਦਾ ਮਾਹੌਲ ਹੁੰਦਾ ਸੀ। ਤੇ ਉਹਨਾਂ ਨੇ ਮੈਨੂੰ ਨਾ ਜਿਹੜਾ ਨਾ ਇੱਕ ਦਿੱਤਾ, ਫੈਕਸ ਪਿਆ ਹੋਇਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਇਹਨੂੰ ਨਾ ਟਰਾਂਸਲੇਟ ਕਰ ਦੋਗੇ। ਮੈਂ ਕਿਹਾ ਜੀ ਇਹਨੂੰ ਟਰਾਂਸਲੇਟ ਕਰਨਾ ਇਹ ਖਬਰ ਬਣਾਣੀ ਹੈ। ਉਹ ਮੈਨੂੰ ਕਹਿਣ ਲੱਗੇ ਕਿ ਤੁਸੀਂ ਸਾਫਤ ਵਗੈरह पढ़ी है कुछ। मैं क्या नहीं, लेकिन थोड़ा बहुत मैं अखबार पढ़ना वा। तो मैं खैर उन्होंने वो बना के दिता। तो वो चूँकि मैं वो अखबार का, चूँकि बाकी भी अखबार, लेकिन चूँकि वो डान का पढ़न की वजह तो ना मैनू अंग्रेजी ते अंदाज़ा है सी कि खबर जिहड़ी है ना वो किवें बनाई जाती है। मसलन उस वेले PTV होंदा सी ਤੇ ਅਗਰ ਕੋਈ ਹੁੰਦਾ ਸੀ ਕਿ ਕਿਰੇ ਪ੍ਰਾਈਮ ਮਿਨਿਸਟਰ ਬੋਲਿਆ ਜਾਂ ਕੋਈ ਹੋਰ ਚੀਜ਼ ਹੋਈ ਜਾਂ ਕੋਈ ਤਕਰੀਰ ਹੋਈ, ਤਾਂ ਦੂਜੇ ਦਿਨ ਜਿਹੜੀ ਅਖਬਾਰ ਵਿੱਚ ਖਬਰ ਹੁੰਦੀ ਸੀ ਉਹ ਜਦੋਂ ਮੈਂ ਦੇਖਣਾ ਸਾਂ ਤਾਂ ਮੈਨੂੰ ਅੰਦਾਜ਼ਾ ਹੁੰਦਾ ਸੀ ਕਿ ਯਾਰ ਇਹ ਉਹਦੇ ਵਿੱਚ ਉਹਨਾਂ ਨੇ ਕੀ ਚੀਜ਼ ਕੱਢੀ ਹੈ ਕਿ ਜਿਹਦੀ ਤੋਂ ਖਬਰ ਬਣੀ। ਯਾਨੀ ਤਕਰੀਰ ਤਾਂ ਬੜੀ ਲੰਬੀ ਸੀ ਜੀ, ਤੇ ਉਹਦੇ ਤੋਂ ਜਿਹੜੀ ਹੈ ਉਹ ਖਬਰ ਬਣੀ ਹੈ। ਤੇ ਉਹ ਫਿਰ ਇਸ ਤਰੀਕੇ ਨਾਲ ਜਿਹੜਾ ਸੀ ਨਾ ਮੇਰੀ ਐਂਟਰੀ ਹੋਈ ਉੱਥੇ ਸਾਫਤ ਵਿੱਚ ਐਜ਼ ਟ੍ਰੇਨੀ ਰਿਪੋਰਟਰ ਤੇ ਸਬ ਐਡੀਟਰ। ਉੱਥੇ ਉਸ ਵੇਲੇ ਡੈਸਕ ਦੇ ਵਿੱਚ ਡਿਸਟਿੰਕਸ਼ਨ ਨਹੀਂ ਸੀ ਹੁੰਦੀ ਤੇ ਉਹਦੇ ਵਿੱਚ ਮੈਂ ਰਿਹਾ। ਫਿਰ ਉਸ ਤੋਂ ਬਾਅਦ ਜਦੋਂ ਡੇਲੀ ਟਾਈਮਜ਼ ਆਇਆ ਤੇ ਮੈਂ ਡੇਲੀ ਟਾਈਮਜ਼ ਵਿੱਚ ਰਿਹਾ। ਫਿਰ ਯਾਨੀ ਇਹ ਹੈ 2005 ਤੋਂ ਲੈ ਕੇ ਤੇ 2010 ਤੱਕ ਜੀ। ਫਿਰ ਜਦੋਂ ਐਕਸਪ੍ਰੈਸ ਟ੍ਰਿਬਿਊਨ ਆਇਆ 2010 ਵਿੱਚ ਤੇ ਫਿਰ ਮੈਂ ਐਕਸਪ੍ਰੈਸ ਟ੍ਰਿਬਿਊਨ ਹੀ ਚਲਾ ਗਿਆ। ਉੱਥੇ ਫਿਰ ਮੇਰੀ ਜਿਹੜੀ ਸੀ ਉਹ ਜਿਹੜੀ ਰਿਪੋਰਟਿੰਗ ਤੋਂ ਇਲਾਵਾ ਜਿਹੜੀ ਸੀ ਉਹ ਮੇਰੀ ਐਡਮਿਨਿਸਟ੍ਰੇਟਿਵ ਜ਼ਿੰਮੇਵਾਰੀ ਵੀ ਸੀ ਕਿ ਮੈਂ ਉੱਥੇ ਰਿਪੋਰਟਿੰਗ ਹੈਡ ਸਾਂ। ਤੇ ਇੱਥੇ ਚੂँकि ਡੈਸਕ ਨਹੀਂ ਸੀ ਤੇ ਉਹ ਤੁਸੀਂ ਉਹਨੂੰ ਚੀਫ ਰਿਪੋਰਟਰ ਕਹੋ ਜਾਂ ਬਿਊਰੋ ਚੀਫ ਜਿਹੜਾ ਨਾ ਉਹਦੇ ਤੌਰ ਤੇ ਮੈਂ, ਤੇ ਇਸ ਤਰੀਕੇ ਨਾਲ ਮੇਰਾ ਜਿਹੜਾ ਉਹ ਸਾਫਤ ਦੀ ਜਿਹੜੀਆਂ ਤੇ ਤੁਸੀਂ ਬੜੇ ਐਸਨ ਤਰੀਕੇ ਨਾਲ ਜਿਹੜਾ ਰਿਪੋਰਟਿੰਗ ਦੀ ਜ਼ਿੰਮੇਵਾਰੀਆਂ ਜਿਹੜੀਆਂ ਉਹ ਨਿਭਾਉਂਦੇ ਰਹੇ ਹੋ, ਹੈ ਨਾ। ਤੇ ਅਸੀਂ ਜਿਹੜਾ ਉਹ ਤੁਹਾਡੇ ਨਾਲ ਗੱਲ ਕਰਾਂਗੇ ਦਰਸੋ ਤਦਰੀਸ ਦੇ ਹਵਾਲੇ ਨਾਲ ਵੀ ਤੁਹਾਡੀ ਇੱਕ ਜੁੜਤ ਹੈ ਤੇ ਤੁਹਾਡਾ ਤਾਲੁਕ ਹੈ ਆਜ਼ਾਦ ਜੰਮੂ ਕਸ਼ਮੀਰ ਨਾਲ। ਤੇ ਅਸੀਂ ਆਜ਼ਾਦ ਜੰਮੂ ਕਸ਼ਮੀਰ ਬਾਰੇ ਵੀ ਤੁਹਾਡੇ ਕੋਲ ਪੁੱਛਾਂਗੇ, ਉੱਥੇ ਦੇ ਕਲਚਰ ਬਾਰੇ, ਉੱਥੇ ਦੇ ਸ਼ਹਿਰਾਂ ਬਾਰੇ, ਉੱਥੇ ਦੀ ਜਿਹੜੀ ਨੈਚੁਰਲ ਖੂਬਸੂਰਤੀ ਹੈ, ਕਸ਼ਮੀਰ ਨੂੰ ਜੰਨਤ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਤੇ ਅਸੀਂ ਚੱਲਨੇ ਇੱਕ ਸੂਫੀਆਨਾ ਕਲਾਮ ਸੁਣਨੇ ਆ, ਬਲਕਿ ਹਜ਼ਰਤ ਪੀਰ ਮਹਿਰ ਅਲੀ ਸ਼ਾਹ ਸਾਹਿਬ ਦਾ ਕਲਾਮ ਸੁਣਨੇ ਆ ਤੇ ਫਿਰ ਗੱਲਬਾਤ ਦਾ ਸਿਲਸਿਲਾ ਚੱਲਦਾ ਰਹੇਗਾ। ਅਜ਼ਹਰ ਹਿਜਾਜ਼ੀ ਸਾਹਿਬ ਕੋਲ ਅਸੀਂ ਕਲਾਮ ਵੀ ਸੁਣਾਂਗੇ। ਸੁਣਦੇ ਰਹਿਣਾ FM ਪੰਜਾਬ ਰੰਗ 99.4 ਜੀ। ਪਰਤ ਕੇ ਆ ਗਏ ਵਾਪਿਸ ਤੇ ਮੈਂ ਨਾਸਿਰ ਅਹਿਮਦ। ਅੱਜ ਦੇ ਸਾਡੇ ਪ੍ਰਾਹੁਣੇ ਮੁਹੰਮਦ ਇਰਫਾਨ ਗੌਰੀ ਸਾਹਿਬ ਸਹਾਫੀ ਨੇ, ਦਰਸੋ ਤਦਰੀਸ ਨਾਲ ਇਹਨਾਂ ਦਾ ਗਹਿਰਾ ਲਗਾਓ ਹੈ, ਸਿਆਹ ਵੀ ਨੇ। ਅਸੀਂ ਇਹਨਾਂ ਕੋਲ ਇਹ ਵੀ ਪੁੱਛਣਾ ਕਿ ਇਹ ਇਹਨਾਂ ਨੇ ਕਿਹੜੇ ਮੁਲਕ ਦੀ ਸੈਰ ਕੀਤੀ ਤੇ ਅਸੀਂ ਇਹ ਕਹਾਣੀਆਂ ਵੀ ਇਹਨਾਂ ਕੋਲ ਸੁਣਨੀਆਂ ਨੇ। ਦੂਜੇ ਸਾਡੇ ਅੱਜ ਦੇ ਪ੍ਰਾਹੁਣੇ ਨੇ ਅਜ਼ਹਰ ਹਿਜਾਜ਼ੀ ਸਾਹਿਬ, ਸੂਫੀ ਗਾਇਕ ਨੇ, ਤੁਸੀਂ ਇਹਨਾਂ ਦਾ ਕਲਾਮ ਵੀ ਸੁਣਿਆ। ਤੇ ਇਰਫਾਨ ਗੌਰੀ ਸਾਹਿਬ, ਗੱਲਬਾਤ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹਾਂ। ਤੁਸੀਂ ਇਹ ਦੱਸੋ ਕਿ ਦਰਸੋ ਤਦਰੀਸ, ਪਹਿਲੇ ਤੁਸੀਂ ਹਾਫਤ ਨੂੰ ਜੁਆਇਨ ਕੀਤਾ, ਫਿਰ ਤੁਸੀਂ ਦਰਸੋ ਤਦਰੀਸ ਵੱਲ ਆਏ, ਤੇ ਦਰਸੋ ਤਦਰੀਸ ਦਾ ਜਿਹੜਾ ਇਹ ਮਾਮਲਾ ਇਹ ਕੈਸਾ ਰਿਹਾ, ਤਜਰਬਾ ਕੈਸਾ ਰਿਹਾ? ਦੇਖੋ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਮੇਰਾ ਜਿਹੜਾ ਤਦਰੀਸ ਵਾਲਾ ਮਾਮਲਾ ਹੈ ਨਾ, ਉਹ ਤੁਸੀਂ ਇਹ ਕਹੋ ਕਿ ਸਾਡੀ ਫੈਮਿਲੀ 'ਚ, ਯਾਨੀ ਜਿਹੜੇ ਟੀਚਰਸ ਨੇ ਉਹ ਸਾਡੀ ਫੈਮਿਲੀ 'ਚ, ਜਿਹੜੀ ਅਸੀਂ ਇੱਥੇ ਆਜ਼ਾਦ ਕਸ਼ਮੀਰ 'ਚ ਵੀ ਜਿਹੜੇ ਸਾਡੇ ਬਜ਼ੁਰਗ ਆਏ ਉਹ ਇਸੇ ਸਿਲਸਿਲੇ 'ਚ ਹੀ ਆ ਕੇ ਅਸੀਂ ਆਬਾਦ ਹੋਏ ਸਾਂ। ਕਿਉਂਕਿ ਉਸ ਵੇਲੇ ਇਸ ਜਿਹੜਾ ਸਾਡਾ ਖਾਸ ਤੌਰ ਤੇ ਜਿਹੜਾ ਸੁਰੱਖੀ ਦਾ ਏਰੀਆ, ਰੱਟੇ ਦਾ ਏਰੀਆ, ਜਿਹੜਾ ਡਡਿਆਲ ਦੇ ਕਰੀਬ ਦੇ ਏਰੀਆਜ਼ ਨੇ ਨਾ, ਉੱਥੇ ਉਸ ਵੇਲੇ ਬੜੇ ਫਾਰ ਫਲੰਗ ਏਰੀਆ ਸਨ। ਡੋਗਰੇ ਦੀ ਹਕੂਮਤ ਸੀ, ਮੁਸਲਮਾਨ ਬੜੇ ਬੈਕਵਰਡ ਸੀਗੇ ਤੇ ਉਹ ਸਾਡੇ ਬਜ਼ੁਰਗ ਉਸੇ ਸਿਲਸਿਲੇ ਵਿੱਚ ਇੱਥੇ ਆਏ ਤੇ ਫਿਰ ਉਹ ਅੱਗੇ ਸਾਡੀਆਂ ਅੱਗੇ ਨਸਲਾਂ ਜਿਹੜੀਆਂ ਨੇ ਉਹਨਾਂ ਨੇ ਇਹੀ ਕੰਮ ਕੀਤਾ। ਤੇ ਮੈਂ ਵੀ ਯਾਨੀ ਇੱਕ ਤੇ ਕੋਸ਼ਿਸ਼ ਇਹ ਕੀਤੀ ਕਿ ਅਸੀਂ ਸੈਲਫ ਮੇਡ ਲੋਕ, ਯਾਨੀ ਮੈਂ ਮੈਟ੍ਰਿਕ ਤੋਂ ਬਾਅਦ ਹੀ ਮੈਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਫਿਰ
ਜਦੋਂ ਸਮਝ ਲਓ ਕਿ ਮੈਂ ਅਜੇ ਗ੍ਰੈਜੂਏਸ਼ਨ ਵਿੱਚ ਸਾਂ ਤੇ ਇੱਕ ਛੋਟੀ ਜਿਹੀ ਅਸੀਂ ਅਕੈਡਮੀ ਬਣਾਈ। ਮੈਂ ਤੇ ਇੱਕ ਖਾਤੂਨ ਸਨ, ਅਸੀਂ ਉਹਨਾਂ ਨੇ ਮਿਲ ਕੇ ਸਵੇਰੇ ਉਹ ਚਲਾਉਂਦੇ ਸਨ ਉਹਦੇ 'ਚੋਂ ਕਿੰਡਰਗਾਰਟਨ ਦੇ ਤੌਰ 'ਤੇ, ਅਤੇ ਸ਼ਾਮੀ ਉਸਨੂੰ ਅਸੀਂ ਐਜ਼ ਅਕੈਡਮੀ ਉਸੇ ਪ੍ਰੈਮਿਸਿਸ ਨੂੰ ਯੂਜ਼ ਕਰਦੇ ਸਾਂ I-10 ਵਿੱਚ। ਫਿਰ ਜਦੋਂ ਮੈਂ ਜਰਨਲਿਜ਼ਮ ਵਿੱਚ ਆ ਗਿਆ ਤੇ ਜ਼ਾਹਿਰ ਹੈ ਕਿ ਜਰਨਲਿਜ਼ਮ ਵਿੱਚ ਵੀ ਫਿਰ ਮੇਰਾ ਚੁੱਕੇ ਰਿਪੋਰਟਿੰਗ ਮੈਨ ਜਿਹੜੀ ਚੀਜ਼ ਸੀ ਤੇ ਉਹਦੀ ਵਜ੍ਹਾ ਤੋਂ ਫਿਰ ਇਹ ਸੀ ਕਿ ਉਹ ਮਸਰੂਫੀਅਤ ਬਹੁਤ ਜ਼ਿਆਦਾ ਸੀ। ਸਟਿਲ ਮੇਰੇ ਵਾਸਤੇ ਇਹ ਮੈਂ ਕੋਸ਼ਿਸ਼ ਜ਼ਰੂਰ ਕੀਤੀ ਕਿ ਜਿਹੜੇ ਵੀ ਸਾਡੇ ਜਿਹੜੇ ਜੂਨੀਅਰਸ ਆਉਂਦੇ ਸਨ ਉਹਨਾਂ ਨੂੰ ਜਿਸ ਹੱਦ ਤੱਕ ਗਾਈਡ ਕਰ ਸਕੀਏ, ਜਿਸ ਹੱਦ ਤੱਕ ਉਹਨਾਂ ਨੂੰ ਅਸੀਂ ਹੈਲਪ ਆਊਟ ਕਰ ਸਕੀਏ। ਤੇ ਪਿਛਲੇ ਫਿਰ ਜਿਹੜੇ 4-5 ਸਾਲ ਤੋਂ ਜਦੋਂ ਮੈਂ ਐਕਟਿਵ ਜਰਨਲਿਜ਼ਮ ਜਾਂ ਰਿਪੋਰਟਿੰਗ ਤੋਂ ਨਿਕਲਿਆ ਤੇ ਫਿਰ ਮੈਨੂੰ ਇਹ ਸੀ ਕਿ ਹੁਣ ਅਸੀਂ 20-22 ਸਾਲ ਅਸੀਂ ਇਸ ਪ੍ਰੋਫੈਸ਼ਨ ਨੂੰ ਦੇਣ ਤੋਂ ਬਾਅਦ ਜਿਹੜੀ ਐਕਟਿਵ ਰਿਪੋਰਟਿੰਗ ਹੈ ਉਸ ਤੋਂ ਨਿਕਲ ਕੇ ਤਾਂ ਥੋੜ੍ਹਾ ਜਿਹਾ ਡਿਫਰੈਂਟ ਕੰਮ ਕਰਨਾ ਚਾਹੀਦਾ, ਜਿਹਦੇ ਵਿੱਚ ਐਨਾਲਿਸਿਸ, ਐਡੀਟੋਰੀਅਲ ਰਾਈਟਿੰਗ, ਕਾਲਮ ਰਾਈਟਿੰਗ, ਇਹਨਾਂ ਚੀਜ਼ਾਂ ਵਿੱਚ। ਅਤੇ ਉਹਦੇ ਨਾਲ ਫਿਰ ਮੇਰੇ ਕੋਲ ਟਾਈਮ ਹੈ, ਅਤੇ ਉਸ ਟਾਈਮ ਨੂੰ ਮੈਂ ਯੂਟੀਲਾਈਜ਼ ਕਰਨ ਲਈ ਇੱਕ ਤਾਂ ਇਹ ਵੇ ਕਿ ਮੁਖਤਲਿਫ ਅਸੀਂ ਉਹਨੂੰ ਮੈਂਟੋਰਸ਼ਿਪ ਕਹੋ ਜਾਂ ਟ੍ਰੇਨਿੰਗ ਪ੍ਰੋਗਰਾਮ ਜਿਹੜੇ ਨੇ 3-3 ਮਹੀਨੇ ਦੇ, 6-6 ਮਹੀਨੇ ਦੇ, ਜਿਹਦੇ ਵਿੱਚ ਅਸੀਂ ਲੋਕਾਂ ਨੂੰ ਫ੍ਰੀ ਟ੍ਰੇਨਿੰਗਸ ਉਹ ਦੇਣੇ ਆ ਮੀਡੀਆ ਦੇ ਰਿਲੇਟਿਡ, ਯਾਨੀ ਜਰਨਲਿਜ਼ਮ ਰਿਲੇਟਿਡ ਜਿਹੜੀ ਹੈ। ਕਿਉਂਕਿ ਸਾਡੇ ਫਿਰ ਉਸ ਤੋਂ ਬਾਅਦ ਕੁਝ ਯੂਨੀਵਰਸਿਟੀਆਂ 'ਚ ਕੁਝ ਹੋਰ ਜਿਹੜੇ ਨੇ ਜਗ੍ਹਾ 'ਤੇ ਜਿੱਥੇ ਵੀ ਟ੍ਰੇਨਿੰਗਸ ਦੀ ਔਰ ਇਹਨਾਂ ਵਿੱਚ ਜ਼ਰੂਰਤ ਹੁੰਦੀ ਹੈ ਉੱਥੇ ਮੈਂ ਆਪਣੀ ਕੋਸ਼ਿਸ਼ ਕਰਨਾ ਵਾਂ ਕਿ ਜਿਹੜਾ ਅਸੀਂ ਸਿੱਖਿਆ ਫੀਲਡ ਤੋਂ, ਕਿਉਂਕਿ ਜਿਹੜਾ ਅਸੀਂ ਯੂਨੀਵਰਸਿਟੀਆਂ 'ਚ ਪੜ੍ਹਦੇ ਹਾਂ ਸਾਡੇ ਜਿਹੜਾ ਬੜਾ ਸਾਡੇ ਸਿਸਟਮ ਵਿੱਚ ਜਿਹੜਾ ਇੱਕ ਚੀਜ਼ ਜਿਹਦੀ ਇੰਪਰੂਵਮੈਂਟ ਦੀ ਜ਼ਰੂਰਤ ਹੈ ਉਹ ਇਹ ਵੇ ਕਿ ਸਾਡੀ ਜਿਹੜਾ ਐਕੈਡੇਮੀਆ ਅਤੇ ਇੰਡਸਟਰੀ ਦੇ ਦਰਮਿਆਨ ਲਿੰਕੇਜਿਸ ਨਹੀਂ ਨੇ। ਮੇਰੇ ਕੋਲ ਵੀ ਜਿਸ ਵੇਲੇ ਆਉਂਦੇ ਸਨ ਸਟੂਡੈਂਟਸ ਜਿਹੜੇ ਕਿ ਮਾਸਟਰਸ ਕਰਕੇ, ਡਿਗਰੀ ਕਰਕੇ, ਈਵਨ MPhil ਕਰਕੇ ਵੀ ਕਈ ਸਟੂਡੈਂਟਸ ਆਉਂਦੇ ਸਨ, ਲੇਕਿਨ ਜਦੋਂ ਜਿਹੜਾ ਪ੍ਰੈਕਟੀਕਲ ਜਰਨਲਿਜ਼ਮ ਹੈ ਉਹ ਤੋਂ ਬੜਾ ਮੁਖਤਲਿਫ ਹੈ, ਬਹੁਤ ਜ਼ਿਆਦਾ ਮੁਖਤਲਿਫ ਹੈ। ਖਾਸ ਤੌਰ 'ਤੇ ਜਿਹੜੀ ਰਾਈਟਿੰਗ ਸਕਿੱਲਸ ਨੇ, ਠੀਕ ਹੈ, ਜਾਂ ਤੁਹਾਡਾ ਜਿਹੜਾ ਕਿਵੇਂ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ, ਕਿਵੇਂ ਤੁਸੀਂ ਕੰਡਕਟ ਕਰਨਾ, ਇਹ ਚੀਜ਼ਾਂ ਪ੍ਰੈਕਟੀਕਲ ਤੁਸੀਂ ਚੀਜ਼ਾਂ ਨਾਲ ਤਾਲੁਕ ਰੱਖਦੀਆਂ ਨੇ। ਉਹਦੀ ਛੋਟੀ ਜਿਹੀ ਮਿਸਾਲ ਹੈ ਵੇ ਕਿ ਮੈਂ ਅਗਰ ਤੁਹਾਨੂੰ ਦੇ ਦੇਵਾਂ ਇੱਕ ਡਰਾਈਵਿੰਗ ਦੇ ਉੱਤੇ ਇੱਕ ਕਿਤਾਬ ਦੇ ਦੇਵਾਂ ਬੜੀ ਜ਼ਖੀਮ ਕਿਸਮ ਦੀ 500 ਸਫ਼ੇ ਦੀ, ਉਹਦੇ ਵਿੱਚ ਹਰ ਨਿੱਟੀ ਕ੍ਰਿਟੀ ਹੋਵੇ ਕਿ ਬਈ ਤੁਸੀਂ ਜਨਾਬ ਡਰਾਈਵਿੰਗ ਇਵੇਂ ਕਰਨੀ ਹੈ, ਐਵੇਂ ਮੁੜਨਾ ਹੈ, ਲੇਕਿਨ ਜਦੋਂ ਤੁਸੀਂ ਸੜਕ 'ਤੇ ਨਹੀਂ ਜਾਓਗੇ, ਗੱਡੀ ਲੈ ਕੇ ਨਹੀਂ ਜਾਓਗੇ, ਤੁਸੀਂ ਡਰਾਈਵਿੰਗ ਨਹੀਂ ਸਿੱਖ ਸਕਦੇ। ਇਸੇ ਤਰੀਕੇ ਨਾਲ ਹੋਰ ਵੀ ਅਕਸਰ ਜਿਹੜੇ ਸ਼ੋਬੇ ਨੇ ਉਹਨਾਂ ਦੇ ਵਿੱਚ ਵੀ ਆਈ ਹੈ, ਔਰ ਜਰਨਲਿਜ਼ਮ ਵਿੱਚ ਖਾਸ ਤੌਰ 'ਤੇ ਜਦੋਂ ਤੁਸੀਂ ਪ੍ਰੈਕਟੀਕਲੀ ਕੰਮ ਨਹੀਂ ਕਰੋਗੇ ਤੁਸੀਂ ਉਹਨੂੰ ਸਿੱਖ ਨਹੀਂ ਸਕਦੇ। ਅਤੇ ਉਹ ਜਿਹੜੇ ਸਾਡੀ ਜਿਹੜਾ ਟ੍ਰੇਨਿੰਗਸ ਦਾ ਸਿਲਸਿਲਾ ਹੈ ਜਾਂ ਈਵਨ ਜਿਹੜੀਆਂ ਯੂਨੀਵਰਸਿਟੀਆਂ 'ਚ ਵੀ ਮੈਨੂੰ ਮੌਕਾ ਮਿਲਦਾ ਉੱਥੇ ਜਾ ਕੇ ਵੀ, ਤਾਂ ਮੇਰਾ ਇਹੀ ਹੁੰਦਾ ਹੈ ਕਿ ਬਈ ਉਹਨਾਂ ਨੂੰ ਜਿਹੜਾ ਇਹ ਲਿੰਕੇਜਿਸ ਜਿਹੜੇ ਨੇ ਨਾ, ਯਾਨੀ ਜਿਹੜੀ ਚੀਜ਼ ਲੈਕ ਕਰਦੀ ਹੈ ਉਹਨੂੰ ਕੋਸ਼ਿਸ਼ ਕਰਾਂ ਕਨੈਕਟ ਕਰਨ ਦੀ, ਤਾਂ ਕਿ ਅਗਰ ਉਹ ਬੱਚੇ ਬੱਚੀਆਂ ਅਗਰ ਜਦੋਂ ਫੀਲਡ ਜਾਵਣ ਤੇ ਐਟਲੀਸਟ ਉਹਨਾਂ ਕੋਲ ਕੁਝ ਥੋੜਾ ਜਿਹਾ ਬੇਸਿਕ ਜਿਹੜੀ ਹੈ ਨਾ ਉਹ ਚੀਜ਼ਾਂ ਹੋਣ। ਬਾਕੀ ਤੇ ਪ੍ਰੈਕਟਿਸ ਹੈ ਨਾ ਜੀ, ਤੁਸੀਂ ਜਿੰਨੀ ਪ੍ਰੈਕਟਿਸ ਕਰੋਗੇ, ਜਿੰਨਾ ਤੁਸੀਂ ਮਸ਼ਕ ਕਰੋਗੇ, ਪ੍ਰੈਕਟਿਸ ਕਰੋਗੇ, ਉਨਾ ਹੀ ਤੁਸੀਂ ਜਿਹੜਾ ਉਹ ਅੱਗੇ ਇੰਪਰੂਵ ਕਰਦੇ ਹੋ। ਔਰ ਲਰਨਿੰਗ ਦਾ ਪ੍ਰੋਸੈਸ ਜਿਹੜਾ ਉਹ ਤੇ ਕਦੇ ਖਤਮ ਨਹੀਂ ਹੁੰਦਾ। ਬਿਲਕੁਲ, ਯਾਨੀ ਉਹ ਤੇ ਤੁਸੀਂ ਉਹ ਕਹਿੰਦੇ ਨੇ ਨਾ ਕਿ ਉਹੀ ਸਿੱਖਣ ਦਾ ਅਮਲ ਤੇ ਪੂਰੀ ਉਮਰ ਚੱਲਦਾ ਰਹਿੰਦਾ, ਜਿਹੜਾ ਉਹ ਚੱਲਦਾ ਰਹਿਣਾ ਚਾਹੀਦਾ ਵੀ ਹੈ। ਜੀ ਜੀ ਜੀ, ਕਿਉਂਕਿ ਉਸ ਤੋਂ ਬਗੈਰ ਤੇ ਗੁਜ਼ਾਰਾ ਨਹੀਂ ਹੈ। ਔਰ ਇਵੇਂ ਸਰ ਮੇਰਾ ਜਿਹੜਾ ਥੋੜ੍ਹਾ ਬਹੁਤ ਜਿਹੜਾ ਕੰਟਰੀਬਿਊਸ਼ਨ ਜਿਹੜਾ ਮੇਰੇ ਕੋਲੋਂ ਹੋ ਸਕਦਾ ਹੈ, ਮੈਂ ਕੋਸ਼ਿਸ਼ ਕਰਨਾ ਵਾਂ ਕਿ ਉਹ ਕੰਟਰੀਬਿਊਸ਼ਨ, ਕਿਉਂਕਿ ਇੱਕ ਮੁਆਸ਼ਰੇ ਦੇ ਦਾ ਵੀ ਤੁਹਾਡੇ ਉੱਤੇ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਦੇਖੋ ਤੁਸੀਂ ਮੁਆਸ਼ਰੇ ਤੋਂ ਲਈਆਂ ਹੁੰਦੀਆਂ ਨੇ ਜੀ, ਜਿਹੜੀਆਂ ਅੱਲਾਹ ਪਾਕ ਨੇ ਤੁਹਾਨੂੰ ਫੈਸਿਲਿਟੀਜ਼, ਤੁਹਾਨੂੰ ਉਹ ਸਾਰੀਆਂ ਚੀਜ਼ਾਂ ਮੁਹੱਈਆ ਕੀਤੀਆਂ ਹੁੰਦੀਆਂ ਨੇ। ਅਸੀਂ ਜਦੋਂ ਜਰਨਲਿਜ਼ਮ ਵਿੱਚ ਆਏ ਤਾਂ ਉਸ ਵੇਲੇ ਦਾ ਜਰਨਲਿਜ਼ਮ ਔਰ ਅੱਜ ਦਾ ਜਰਨਲਿਜ਼ਮ ਵਿੱਚ ਬਹੁਤ ਜ਼ਿਆਦਾ ਫਰਕ ਹੈ। ਅਤੇ ਉਹ ਜਿਹੜੇ ਮੌਕੇ ਸਾਨੂੰ ਮਿਲੇ, ਔਰ ਜਿਹੜਾ ਤੁਸੀਂ ਮੇਰੀ ਗੱਲ ਕੀਤੀ ਕਿ ਬਈ ਮੈਂ ਮੁਖਤਲਿਫ ਮੁਲਕਾਂ ਵਿੱਚ ਵੀ, ਉਹਦੀ ਵੀ ਸਰ ਬੜੀ ਜਿਹੜੀ ਰੀਜ਼ਨ ਹੈ, ਜਿਹੜਾ ਬੜਾ ਮੈਨੂੰ ਫੈਸਿਲੀਟੇਟ ਕੀਤਾ ਗਿਆ ਉਹ ਮੈਨੂੰ ਇਸੇ ਸ਼ੋਬੇ ਨੇ ਕੀਤਾ। ਠੀਕ, ਯਾਨੀ ਜਰਨਲਿਜ਼ਮ ਵਿੱਚ ਤੁਹਾਨੂੰ ਬੜੀਆਂ ਮੌਕੇ ਵੀ ਮਿਲਦੇ ਨੇ, ਟ੍ਰੇਨਿੰਗਸ ਲੈਣ ਦੇ ਮੌਕੇ ਮਿਲਦੇ ਨੇ, ਬਾਹਰ ਜਾਣ ਦੇ ਮੌਕੇ ਮਿਲਦੇ ਨੇ। ਔਰ ਉਹ ਬਾਹਰ ਜਾਣ ਵਾਸਤੇ ਕੁਝ ਤੇ ਇਹ ਵੇ ਕਿ ਲੋਕ ਆਫੀਸ਼ੀਅਲ ਤੁਸੀਂ ਟੂਰਸ ਦਾ ਹਿੱਸਾ ਬਣ ਸਕਦੇ ਹੋ, ਉਹ ਤਾਂ ਇੱਕ ਆਪਣੀ ਜਗ੍ਹਾ 'ਤੇ, ਲੇਕਿਨ ਅਗਰ ਤੁਸੀਂ ਉਸ ਤੋਂ ਇਲਾਵਾ ਵੀ ਚਾਹੋ ਤੇ ਬਹੁਤ ਸਾਰੇ ਫੈਲੋਸ਼ਿਪਸ ਨੇ,
ਬਹੁਤ ਸਾਰੇ ਐਸੇ ਸਕਾਲਰਸ਼ਿਪਸ ਨੇ, ਇਸ ਤੋਂ ਬਾਅਦ ਐਕਸਚੇਂਜ ਪ੍ਰੋਗਰਾਮਸ ਨੇ ਜਿਨ੍ਹਾਂ ਦੇ ਤਹਿਤ ਤੁਹਾਨੂੰ ਜਿਹੜਾ ਮੌਕਾ ਮਿਲਦਾ ਹੈ। ਤੇ ਉਹ ਜਿਹੜੀਆਂ ਚੀਜ਼ਾਂ ਸਾਨੂੰ ਮਿਲੀਆਂ, ਹੁਣ ਉਹ ਇੱਕ ਤਰ੍ਹਾਂ ਦਾ ਇੱਕ ਤੁਹਾਡੇ ਤੇ ਕਰਜ਼ ਵੀ ਹੁੰਦਾ ਹੈ ਕਿ ਉਹਨੂੰ ਤੁਸੀਂ ਕਮ ਸੇ ਕਮ ਅੱਗੇ ਜਿਹੜਾ ਉਹਨੂੰ ਡਿਲੀਵਰ ਕਰੋ। ਤੇ ਇਹ ਸਰ ਕੋਈ ਮੁਖਤਸਰ ਜਿਹਾ ਦੇ ਹਵਾਲੇ ਨਾਲ ਹੈ। ਠੀਕ, ਸਾਨੂੰ ਬਹੁਤ ਸਾਰੇ ਲੋਕੀ ਸੁਣ ਰਹੇ ਨੇ ਔਰ ਸਾਨੂੰ ਪੈਗਾਮਾਤ ਵੀ ਘੱਲ ਰਹੇ ਨੇ। ਸਾਨੂੰ ਮੈਸੇਜ ਕੱਲਿਆ ਸ਼ਫੀਕ ਹੁਸੈਨ ਹੋਰਾਂ ਨੇ ਸੁਹਾਨ ਇਸਲਾਮਾਬਾਦ ਤੋਂ, ਤੇ ਉਹ ਪ੍ਰਾਹੁਣਿਆਂ ਨੂੰ ਜੀ ਆਇਆਂ ਨੂੰ ਕਹਿ ਰਹੇ ਨੇ, ਤੇ ਕਹਿ ਰਹੇ ਨੇ ਕਿ ਇਰਫਾਨ ਸਾਹਿਬ ਤੁਹਾਡੀਆਂ ਗੱਲਾਂ ਬੜੀਆਂ ਚੰਗੀਆਂ ਲੱਗ ਰਹੀਆਂ ਨੇ, ਤੇ ਉਹਨਾਂ ਨੇ ਅਜ਼ਹਰ ਸਾਹਿਬ ਦੀ ਵੀ ਤਾਰੀਫ ਕੀਤੀ। ਇਹਦੇ ਨਾਲ ਸਾਨੂੰ ਮਰੀ ਤੋਂ ਸੁਣ ਰਹੀਆਂ ਨੇ ਆਇਸ਼ਾ, ਤੇ ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਮੈਸੇਜ ਕੱਲਿਆ। तो खब्बे तो सानू शेख सोर साहब सुन रहे हैं जी, तो सर सैयद चौक तो जेबा खातून जी सानू सुन रही ने। इमरान इकराम साहब सानू रावलपिंडी तो सुन रहे हैं, तो नादिया कौसर जड़ियाँ ने अटक तो सुन रही ने, तो वो कह रही ने कि अदर साहब को फरमाइश कर रही ने कि सानू कोई मजीद कलाम सुनाओ। तो बिल्कुल जी असी अदर साहब ने जिस लिए दावत दी असी उन्होंने को जो कलाम सुनना है, तो जोड़ा वो तुसी भी साढ़े प्रोग्राम का हिस्सा बनो, सानू WhatsApp ते मैसेज कर लो 051 92 91 521 ते। अजहर इजाज़त साहब हुण तुसी सानू केड़ा कलाम सुना रहे हो? ये वारिस शाह दा मेरे ख्याल एक मंजर है जी जरूर, बिस्मिल्लाह बिस्मिल्लाह बिस्मिल्लाह। डोली चढ़ दिया मारियां हीर चीका मैनू ले चले बाबुला ले चले मैनू रख ले बाबुला हीर आखे डोली कत कहारनी ले चले मेरा आखिया कदी ना मोड़ दासे समय बाबुल किथे गए चले सानू बोलिया चलिया माफ करियो दिन चार तेरे कर रह चले ते दिन चार न वंज आराम पाया दुख दर्द मुसीबतां सह
ਚੱਲੇ तेरी छतर छावे ओ बाबुल रुख वांगू कड़ी वांग मुसाफिरा बह चले ते चारे कन्या मेरिया वेख खाली असां नाल नहीं कुछ ले चले कूड़ी दुनिया शान गुमान कूड़ा वारिस शाहोरी सच कह चले ਮਾਸ਼ਾਅੱਲਾ ਜੀ ਮਾਸ਼ਾਅੱਲਾ ਵਾਹ ਵਾਹ ਬੜਾ ਸੋਹਣੀ ਆਵਾਜ਼ ਵਿੱਚ ਤੁਸੀਂ ਹਜ਼ਰਤ ਵਾਰਿਸ ਸ਼ਾਹ ਦਾ ਕਲਾਮ ਸੁਣ ਰਹੇ ਸੋ ਤੇ ਅਜ਼ਹਰ ਹਿਜਾਜ਼ੀ ਸਾਹਿਬ ਇਹ ਕਲਾਮ ਪੇਸ਼ ਕਰ ਰਹੇ ਸਨ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ। ਸਾਡੇ ਨਾਲ ਮੌਜੂਦ ਨੇ ਮੁਹੰਮਦ ਇਰਫਾਨ ਗੌਰੀ ਸਾਹਿਬ ਤੇ ਮੈਂ ਹੁਣ ਜਿਹੜਾ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਤੁਹਾਡਾ ਤਾਲੁਕ ਹੈ ਆਜ਼ਾਦ ਜੰਮੂ ਕਸ਼ਮੀਰ ਨਾਲ ਤੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੁਦਰਤੀ ਖੂਬਸੂਰਤੀਆਂ ਨਾਲ ਮਾਲੋ ਮਾਲ ਹੈ ਤੇ ਇੱਥੇ ਦੇ ਲੋਕ ਬੜੇ ਮਿੱਠੇ ਔਰ ਪਿਆਰੇ ਨੇ ਇੱਥੇ ਦੀ ਜ਼ੁਬਾਨ ਇੱਥੇ ਦਾ ਕਲਚਰ ਇੱਥੇ ਦੇ ਸ਼ਹਿਰ ਪਿੰਡ ਤੇ ਤੁਸੀਂ ਜ਼ਰਾ ਸਾਡੇ ਸੁਣਨ ਵਾਲਿਆਂ ਲਈ ਜ਼ਰਾ ਤਫਸੀਲ ਨਾਲ ਇਸ ਬਾਰੇ ਦੱਸੋ। ਦੇਖੋ ਨਾਸਰ ਸਾਹਿਬ ਜਿਹੜਾ ਜਦੋਂ ਅਸੀਂ ਕਸ਼ਮੀਰ ਦੀ ਗੱਲ ਕਰਨੇ ਆ ਨਾ ਤੇ ਕਸ਼ਮੀਰ ਜਿਹੜਾ ਹੈ ਉਹ ਜਿਹੜੇ ਆਊਟਸਾਈਡਰਸ ਨੇ ਸ਼ਾਇਦ ਉਹਨਾਂ ਵਾਸਤੇ ਕੋਈ ਬੜਾ ਛੋਟਾ ਜਿਹਾ ਇਲਾਕਾ ਜਾਂ ਛੋਟਾ ਜਿਹਾ ਉਹ ਖਿੱਤਾ ਹੋਣਾ। ਕਸ਼ਮੀਰ ਜਿਹੜਾ ਜਦੋਂ ਅਸੀਂ ਕਹਿੰਦੇ ਆ ਕਿ ਜੰਮੂ ਐਂਡ ਕਸ਼ਮੀਰ ਤੇ ਬੇਸਿਕਲੀ ਜਿਹੜੀ ਜੰਮੂ ਸਟੇਟ ਸੀ ਉਹ ਇੱਕ ਸਟੇਟ ਸੀ ਕਸ਼ਮੀਰ ਇੱਕ ਸੀ ਫਿਰ ਬਾਅਦ ਵਿੱਚ ਇਹ ਹੋਇਆ ਕਿ ਉਹ ਜਿਹੜਾ ਜੰਮੂ ਦਾ ਮਹਾਰਾਜਾ ਸੀ ਉਹਨੇ ਫਿਰ ਕਸ਼ਮੀਰ ਵੀ ਉਹਦੇ ਕੋਲ ਆ ਗਿਆ ਤੇ ਇਟਸ ਕੁਆਇਟ ਬਿਗ ਜਿਹੜਾ ਨਾ ਜਿਹਦਾ ਮੈਜੋਰਿਟੀ ਏਰੀਆ ਅਜੇ ਤੱਕ ਆਕੂਪਾਈਡ ਹੈ ਇੰਡੀਆ ਕੋਲ ਹੈ ਜੀ ਤੇ ਜਿਹੜਾ ਸਾਡਾ ਹੁਣ ਆਜ਼ਾਦ ਕਸ਼ਮੀਰ ਹੈ ਇੱਕ ਤਾਂ ਇਹ ਜ਼ਿਹਨ 'ਚ ਰੱਖੋ ਕਿ ਜਿਹੜੀ ਕਸ਼ਮੀਰੀ ਇਟਸੈਲਫ ਜਿਹੜਾ ਕਸ਼ਮੀਰੀ ਕਲਚਰ ਤੁਸੀਂ ਕਹਿੰਦੇ ਹੋ ਜਿਹੜਾ ਵੈਲੀ ਹੈ ਕਸ਼ਮੀਰ ਦੀ ਉਹਦਾ ਸਾਡੇ ਕੋਲ ਬੜਾ ਥੋੜਾ ਜਿਹਾ ਹਿੱਸਾ ਹੈ ਜਿਹੜਾ ਪਾਕਿਸਤਾਨ ਦੇ ਕੋਲ ਹੈ ਜਿਹੜਾ ਨੀਲਮ ਵੈਲੀ ਦੇ ਕਰੀਬ ਦਾ ਏਰੀਆ ਇਹ ਕੁਝ ਹੈ ਵੇ ਅਦਰ ਦੈਨ ਦੈਟ ਜਿਹੜਾ ਉਹ ਕਸ਼ਮੀਰ ਵੈਲੀ ਜਿਹੜੀ ਹੈ ਉਹ ਇੰਡੀਅਨ ਜਿਹੜਾ ਆਕੂਪਾਈਡ ਕਸ਼ਮੀਰ ਹੈ ਉਹਦੇ ਵਿੱਚ ਹੈ ਤੇ ਜਿਹੜੀ ਕਸ਼ਮੀਰੀ ਜ਼ੁਬਾਨ ਬੋਲੀ ਜਾਂਦੀ ਹੈ ਉਹ ਉੱਥੇ ਬੋਲੀ ਜਾਂਦੀ ਹੈ ਠੀਕ। ਬਾਕੀ ਜਿਹੜਾ ਸਾਡਾ ਆਜ਼ਾਦ ਕਸ਼ਮੀਰ ਹੈ ਇਹਦੇ ਵਿੱਚ 2-3 ਜ਼ੁਬਾਨਾਂ ਤੁਸੀਂ ਕਹਿ ਸਕਦੇ ਹੋ ਜਿਹੜੀਆਂ ਬੋਲੀਆਂ ਜਾਂਦੀਆਂ ਨੇ। ਇੱਕ ਤੇ ਉਹ ਹੈ ਕਿ ਜਿਹੜੀ ਮੀਰਪੁਰ ਦੀ ਜ਼ੁਬਾਨ ਜਿਹਨੂੰ ਅਸੀਂ ਮੀਰਪੁਰ ਵਿੱਚ ਜਿਹੜੇ ਕਿ ਪੰਜਾਬੀ ਤੇ ਜਿਹੜੀ ਹੈ ਪੋਠੋਹਾਰੀ ਯਾਨੀ ਇਹ ਇਸ ਦਾ ਮਿਕਸਚਰ ਤੁਸੀਂ ਕਹਿ ਲਓ ਕਿਸੇ ਹੱਦ ਤੱਕ ਦੋਵਾਂ ਦਾ ਇਹਦੇ ਤੇ ਕਾਫੀ ਅਸਰ ਹੈ। ਫਿਰ ਤੁਹਾਡੀ ਜਿਹੜੀ ਇੱਥੇ ਮੈਂ ਕਥਾ ਕਲਾਮੀ ਜਿਹੜਾ ਹਜ਼ਰਤ ਮੀਆਂ ਮੁਹੰਮਦ ਬਖਸ਼ ਦਾ ਕਲਾਮ ਵੀ ਆ ਪੋਠੋਹਾਰੀ ਚ ਤੇ ਉਹਨਾਂ ਦਾ ਵੀ ਬਿਲਕੁਲ ਖੜੀ ਸ਼ਰੀਫੀ ਮੀਰਪੁਰ ਦੇ ਨਾਲ ਮੀਰਪੁਰੀ ਜ਼ੁਬਾਨ ਹੈ ਬੇਸਿਕਲੀ। ਦੇਖੋ ਮੀਆਂ ਸਾਹਿਬ ਮੈਂ ਸਮਝਦਾ ਹਾਂ ਕਿ ਸਾਡੇ ਇਲਾਕੇ ਵਾਸਤੇ ਸਾਡੇ ਵਾਸਤੇ ਇੱਕ ਬਾਇਸੇ ਬਰਕਤ ਸਾਡੇ ਵਾਸਤੇ ਬਾਇਸੇ ਇਫਤਖਾਰ ਹੈ ਕਿ ਮੀਆਂ ਸਾਹਿਬ ਸਾਡੇ ਜ਼ਿਲ੍ਹੇ ਤੋਂ ਤਾਲੁਕ ਰੱਖਦੇ ਸਨ। ਮੀਆਂ ਸਾਹਿਬ ਦਾ ਮਜ਼ਾਰ ਵੀ ਉੱਥੇ ਹੈ ਔਰ ਮੇਰਾ ਖਿਆਲ ਹੈ ਕਿ ਸਾਡੀ ਜਿਹੜੀ ਕਲਚਰਲ ਪਹਿਚਾਨ ਹੈ ਉਹ ਮੀਆਂ ਸਾਹਿਬ ਦਾ ਕਲਾਮ ਤੁਹਾਨੂੰ ਜਿਹੜਾ ਅਗਰ ਤੁਸੀਂ ਉਹਨੂੰ ਪੜ੍ਹਦੇ ਹੋ ਸੈਫੁਲ ਮੀਆਂ ਸਾਹਿਬ ਨੇ ਮੇਰੇ ਖਿਆਲ ਕੋਈ 26-27 ਕਿਤਾਬਾਂ ਲਿਖੀਆਂ ਲੇਕਿਨ ਆਮ ਲੋਕ ਸੈਫੁਲ ਮੁਲੂਕ ਦੇ ਹਵਾਲੇ ਨਾਲ ਹੀ ਜਾਣਦੇ ਨੇ ਤੇ ਉਹ ਤੁਹਾਨੂੰ ਜਿਹੜਾ ਨਾ ਉਹ ਪੂਰਾ ਉਹ ਕਲਚਰ ਵੀ ਦੱਸਦਾ ਹੈ ਪਰ ਉਹ ਸਾਰੀਆਂ ਚੀਜ਼ਾਂ ਜਿਹੜਾ ਨਾ ਉਹ ਤੁਹਾਨੂੰ ਦੱਸਦਾ ਤੇ ਇਹ ਜਿਹੜੀ ਮੀਰਪੁਰੀ ਜਿਹੜੀ ਹੈ ਇਹ ਕਿਸੇ ਹੱਦ ਤੱਕ ਇਹ ਕੋਟਲੀ ਤੱਕ ਜਿਹੜਾ ਇਹ ਵਾਲਾ ਏਰੀਆ ਇਹਦੇ ਵਿੱਚ ਵੀ ਇਹਦਾ ਤੁਹਾਨੂੰ ਨਜ਼ਰ ਆਏਗਾ ਲੇਕਿਨ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਹੋਰ ਉੱਤੇ ਚਲੇ ਜਾਂਦੇ ਹੋ
ਪਲੰਦਰੀ ਸਾਈਡ ਤੇ ਚਲੇ ਜਾਂਦੇ ਹੋ, ਤੁਸੀਂ ਰਾਵਲਾ ਕੋਟ ਚਲੇ ਜਾਂਦੇ ਹੋ, ਬਾਗ ਚਲੇ ਜਾਂਦੇ ਹੋ, ਉਹ ਐਕਸੈਂਟ ਥੋੜਾ ਤਬਦੀਲ ਹੋ ਇਵਨ ਜਾਂਦਾ। ਮੁਜ਼ੱਫਰਾਬਾਦ ਵੀ, ਮੁਜ਼ੱਫਰਾਬਾਦ ਥੋੜਾ ਜਿਹਾ ਹੋਰ ਚੇਂਜ, ਉਹ ਵੀ ਮੈਂ ਤੁਹਾਨੂੰ ਦੱਸਣਾ ਵਾ। ਇਹਦੇ ਵਿੱਚ ਜਿਹੜਾ ਹੈ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਪਹਾੜੀ, ਜੀ ਠੀਕ ਹੈ, ਇਹਦਾ ਜ਼ਿਆਦਾ ਜਿਹੜਾ ਉਹ ਹੈ ਵੇ। ਜਦੋਂ ਤੁਸੀਂ ਮੁਜ਼ੱਫਰਾਬਾਦ ਵੱਲ ਜਾਂਦੇ ਹੋ ਤੇ ਉਹ ਤੁਹਾਡਾ ਜਿਹੜਾ ਇਹ ਸਾਈਡ ਦਾ ਨਾ ਮਾਨਸੇਰਾ ਵਗੈਰਾ ਦਾ ਜਿਹੜਾ ਏਰੀਆ ਹੈ, ਯਾਨੀ ਜਿਹੜੀ ਹਿੰਦਕੋ ਔਰ ਪਹਾੜੀ ਦਾ ਮਿਕਸਚਰ, ਤੇ ਇਸ ਤਰੀਕੇ ਨਾਲ ਇਹ ਜ਼ੁਬਾਨਾਂ ਯਾਨੀ ਇਹ 3 ਡਿਫਰੈਂਟ ਐਕਸੈਂਟਸ ਨੇ ਜਿਹੜੇ ਕਿ ਮੋٹے ਮੈਂ ਤੁਹਾਨੂੰ ਦੱਸ ਰਿਹਾ। ਫਿਰ ਵਿਦਿਨ ਸਾਡੀ ਜਿਹੜੀਆਂ ਰੀਜਨਸ ਜਿਹੜੇ ਹੈ ਨੇ, ਮਤਲਬ ਹੁਣ ਮੀਰਪੁਰ ਸ਼ਹਿਰ ਦੀ ਜਿਹੜੀ ਜ਼ੁਬਾਨ ਹੈ ਪਿੰਬਰ ਹੈ, ਪਿੰਬਰ ਜ਼ਿਆਦਾ ਕਲੋਜ਼ ਹੈ ਗੁਜਰਾਤ ਤੋਂ। ਪਿੰਬਰ ਦੇ ਵਿੱਚ ਤੁਹਾਨੂੰ ਪੰਜਾਬੀ ਦਾ, ਗੁਜਰਾਤ ਦੇ ਏਰੀਏ ਦਾ ਜ਼ਿਆਦਾ ਤੁਹਾਨੂੰ ਅਸਰ ਨਜ਼ਰ ਆਏਗਾ। ਮੀਰਪੁਰ ਸ਼ਹਿਰ ਜਿਹੜਾ ਉਹਦੇ ਵਿੱਚ ਦੀਨਾ ਔਰ ਜੇਲਮ ਦਾ, ਠੀਕ ਹੈ। ਜੇ ਤੁਸੀਂ ਡੁਡਿਆਲ ਆ ਜਾਂਦੇ ਹੋ ਤੇ ਸਾਡਾ ਚੂੰਕਿ ਡੁਡਿਆਲ ਇਹ ਜ਼ਿਆਦਾ ਕਰੀਬ ਹੈ ਪੋਠਵਾਰ ਤੋਂ ਕਲਚਰਲੀ, ਔਰ ਅਸੀਂ ਜਿਹੜਾ ਟ੍ਰੈਡੀਸ਼ਨਲ ਜਿਹੜਾ ਇਹ ਸੀ ਸਾਡੇ ਜਿਹੜੇ ਰਸਤੇ ਸਨ, ਜਿਹੜੀ ਤਿਜਾਰਤ ਸੀ ਉਹ ਗੁਜਰ ਖਾਨ ਤੋਂ ਹੁੰਦੀ ਸੀ, ਜਾਂ ਤੇ ਜੇਲਮ ਸੀ ਮੀਰਪੁਰ ਔਰ ਜੇਲਮ, ਔਰ ਜਾਂ ਫਿਰ ਗੁਜਰ ਖਾਨ ਸਾਨੂੰ ਜ਼ਿਆਦਾ ਕਰੀਬ ਪੈਂਦਾ ਸੀ। ਦਰਿਆ ਵਿੱਚ ਉੱਤੇ ਬੇੜੀ ਪੈਂਦੀ ਸੀ, ਹੁਣ ਤੇ ਪੁਲ ਸ਼ੁਲ ਬਣ ਗਏ ਨੇ, ਤੇ ਉਹ ਉਹਦੇ ਜ਼ਰੀਏ ਉਸ ਦੀ ਵਜ੍ਹਾ ਤੋਂ, ਔਰ ਫਿਰ ਸਾਡੀਆਂ ਰਿਸ਼ਤੇਦਾਰੀਆਂ ਵੀ ਇਸ ਸਾਈਡ ਤੇ ਸਾਡੇ ਲੋਕਾਂ ਦੀਆਂ ਕਾਫੀ ਨੇ, ਤੇ ਉਸ ਦੀ ਵਜ੍ਹਾ ਤੋਂ ਜਿਹੜਾ ਪੋਠਵਾਰੀ ਹੈ ਉਹ ਕਾਫੀ, ਯਾਨੀ ਉਸਦਾ ਤੁਹਾਨੂੰ ਆਲਮੋਸਟ ਪੋਠਵਾਰੀ ਹੈ ਜੀ, ਸਿਰਫ ਥੋੜਾ ਜਿਹਾ ਤੁਸੀਂ ਉਹਨੂੰ ਜਿਹਨੂੰ ਕਹਿੰਦੇ ਨਾ ਕਿ ਚੰਦ ਲਫ਼ਜ਼ ਜਿਹੜੇ ਨੇ ਉਹ ਮੁਖਤਲਿਫ ਨੇ, ਬਾਕੀ ਆਲਮੋਸਟ ਉਹ ਜਿਹੜੀ ਪੋਠਵਾਰੀ ਹੈ ਜਿਹੜੀ ਕਿ ਗੁਜਰ ਖਾਨ, ਕਲਰ ਸਈਦਾਂ ਇਸ ਏਰੀਏ 'ਚ ਬੋਲੀ ਜਾਂਦੀ ਹੈ, ਉਹੀ ਪੋਠਵਾਰੀ ਜਿਹੜੀ ਹੈ ਉਹ ਸਾਡਾ ਜਿਹੜਾ ਸੁਰੱਖੀ ਹੈ, ਰੱਟਾ ਵੇ, ਜਿਹੜੀ ਡਡਿਆਲ ਦਾ ਏਰੀਆ ਉਹਦੇ ਵਿੱਚ ਉਹ ਬੋਲੀ ਜਾਂਦੀ ਹੈ। ਤੇ ਇਸ ਤਰੀਕੇ ਨਾਲ ਜਿਹੜਾ ਆਜ਼ਾਦ ਕਸ਼ਮੀਰ ਦੇ ਅੰਦਰ ਵੀ ਜ਼ੁਬਾਨਾਂ ਜਿਹੜੀਆਂ ਨੇ ਉਹਦੇ ਵਿੱਚ ਤੁਹਾਨੂੰ ਜਿਹੜਾ ਨਾ ਉਹ ਕਾਫੀ ਉਹਦੇ ਵਿੱਚ ਜਿਹੜਾ ਨਜ਼ਰ ਆਏਗਾ ਕਿ ਬਈ ਉਹਦੇ ਵਿੱਚ ਵੀ ਵੈਰਾਈਟੀ ਹੈ ਜ਼ੁਬਾਨਾਂ ਦੀ। ਆਮ ਬੰਦਾ ਇਹ ਸਮਝਦਾ ਹੈ ਕਿ ਸ਼ਾਇਦ ਕਸ਼ਮੀਰ ਜਿਹੜਾ ਉਹ ਇੱਕੋ ਹੀ ਹੋ, ਔਰ ਇਸੇ ਤਰੀਕੇ ਨਾਲ ਤੁਸੀਂ ਅਗਰ ਮਕਬੂਜ਼ਾ ਕਸ਼ਮੀਰ ਦੀ ਗੱਲ ਕਰਦੇ ਹੋ ਉਹਦੇ ਵਿੱਚ ਤੁਸੀਂ ਜੰਮੂ ਵਿੱਚ ਡੋਗਰੀ ਅਲੱਗ ਤੋਂ ਜ਼ੁਬਾਨ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜੀ ਕਸ਼ਮੀਰੀ ਹੈ, ਫਿਰ ਤੁਸੀਂ ਲੱਦਾਖ ਚਲੇ ਜਾਂਦੇ ਹੋ ਬਿਲਕੁਲ ਹੀ ਅਲੱਗ ਹੈ। ਤੇ ਇਸ ਤਰੀਕੇ ਨਾਲ ਯਾਨੀ ਇਸ ਪੂਰੇ ਇਲਾਕੇ ਵਿੱਚ ਬਹੁਤ ਸਾਰੀਆਂ ਜ਼ੁਬਾਨਾਂ। ਫਿਰ ਸਾਡੇ ਜਿਹੜੇ ਖਾਣੇ ਨੇ, ਜਿਹੜੇ ਕਸ਼ਮੀਰੀ ਖਾਣੇ ਨੇ, ਉਹ ਸ਼ਾਇਦ ਇੱਥੇ ਤੁਹਾਨੂੰ ਪਿੰਡੀ ਵਿੱਚ ਕੋਈ 1-2 ਰੈਸਟੋਰੈਂਟ ਨੇ ਜਿੱਥੋਂ ਜਿਹਦਾ ਤੁਸੀਂ ਸ਼ਾਇਦ ਵੀ ਨਾ ਹੀ ਨਾ ਸੁਣਿਆ ਹੋਵੇ, ਠੀਕ ਹੈ। ਗੋਸ਼ਤਾਬਾ ਤੁਸੀਂ ਸ਼ਾਇਦ ਨਾ ਹੀ ਨਾ ਸੁਣਿਆ ਹੋਣਾ, ਠੀਕ ਹੈ। ਸਾਡੇ ਮੀਰਪੁਰ 'ਚ ਅਗਰ ਕਿਸੇ ਕੋਲੋਂ ਪੁੱਛੋਗੇ ਤਾਂ ਮੀਰਪੁਰ 'ਚ ਕਿਸੇ ਨੂੰ ਪਤਾ ਨਹੀਂ ਹੋਣਾ ਕਿ ਬਈ ਇਹ ਗੋਸ਼ਤਾਬਾ ਕੀ ਹੈ, ਰਸਤਾ ਕੀ ਹੈ, ਠੀਕ ਹੈ। ਉਹ ਹੁਣ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਉਧਰ ਜਿਹੜਾ ਕਸ਼ਮੀਰ ਹੈ ਉਹਦੇ, ਜਾਂ ਉੱਥੋਂ ਜਿਹੜੇ ਕੋਈ ਲੋਕ ਆਏ ਹੋਏ ਨੇ, ਕੋਈ ਸੈਟਲ ਨੇ, ਤੇ ਉਹ ਉਹਦੇ ਬਾਰੇ ਜਾਣਦੇ ਨੇ, ਠੀਕ ਹੈ। ਸਾਡਾ ਜਿਹੜਾ ਆਪਣਾ ਇਲਾਕਾ ਵੇ ਉਹਦੇ ਵਿੱਚ ਜ਼ਿਆਦਾ, ਕਿਉਂਕਿ ਉਹ ਪੰਜਾਬ ਤੋਂ ਵੀ ਕਰੀਬ ਸੀ, ਪੋਠਵਾਰ ਤੋਂ ਕਰੀਬ ਸੀ, ਤੇ ਉਹਦੇ ਵਿੱਚ ਜਿਹੜਾ ਖਾਣੇ ਵੀ ਸਾਡਾ ਕਲਚਰ ਵੀ ਉਹ ਬਹੁਤ ਜ਼ਿਆਦਾ, ਉਹ ਜੇਲਮ, ਦੀਨਾ, ਜਿਹੜਾ ਤੁਹਾਡਾ ਆਪਣਾ ਉਸ ਸਾਈਡ ਤੇ ਜਿਹੜਾ ਅਗਰ ਪਿੰਬਰ ਸਾਈਡ ਤੇ ਚਲੇ ਜਾਓ ਤਾਂ ਗੁਜਰਾਤ ਤੋਂ ਕਰੀਬ ਹੈ। ਫਿਰ ਉਸ ਇੱਧਰ ਅਗਰ ਆ ਜਾਂਦੇ ਹੋ ਉੱਤੇ ਤੁਸੀਂ ਨਾਰਥ ਹਲ ਮਜ਼ੀਦ ਜਿਹੜਾ, ਤੇ ਸਾਊਥ ਨਾਰਥ ਹਲ, ਤੇ ਫਿਰ ਇਹ ਤੁਹਾਡਾ ਗੁਜਰ ਖਾਨ, ਫਿਰ ਇਹ ਜਿਹੜਾ ਪਿੰਡੀ ਦੇ ਕਰੀਬ ਦੇ ਇਲਾਕੇ, ਇਹਨਾਂ ਦਾ ਕਾਫੀ ਜਿਹੜਾ ਨਾ ਉਹ ਅਸਰ ਹੈ। ਤੇ ਇਹ ਜਿਹੜੀ ਹੈ ਮੋਟੀਆਂ ਚੀਜ਼ਾਂ ਨੇ। ਬਾਕੀ ਤੁਸੀਂ ਜਿਹੜਾ ਪੁੱਛਦੇ ਜਾਓਗੇ ਮੈਂ ਤੁਹਾਨੂੰ ਜਨਾਬ ਉਹਦਾ ਤੇ ਹਾਜ਼ਰ ਜੀ। ਜ਼ਰੂਰ ਅਸੀਂ ਤੁਹਾਡੇ ਕੋਲ ਜਿਹੜਾ ਉਹ ਮੰਗਲਾ ਡੈਮ ਬਾਰੇ ਵੀ ਗੱਲ ਕਰਾਂਗੇ। ਬਿਲਕੁਲ। ਫਿਰ ਇੱਕ ਜਿਹੜਾ ਤਾਸੁਰ ਹੈ ਕਿ ਮੀਰਪੁਰ ਆਜ਼ਾਦ ਕਸ਼ਮੀਰ ਤੇ ਡਡਿਆਲ ਦੇ ਜਿਹੜੇ ਜ਼ਿਆਦਾ ਲੋਕੀ ਬਰਤਾਨੀਆ 'ਚ ਸੈਟਲ ਨੇ ਜਾਂ ਦੂਸਰੇ ਯੂਰਪ ਦੇ ਜਾਂ ਬਾਹਰ ਦੇ ਮੁਲਕਾਂ 'ਚ ਸੈਟਲ ਨੇ, ਇਹਦੀ ਕੀ ਤਾਰੀਖ ਹੈ, ਅਸੀਂ ਇਸ ਬਾਰੇ ਵੀ ਗੱਲਬਾਤ ਕਰਾਂਗੇ ਜ਼ਰੂਰ। ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ, ਕਸ਼ਮੀਰ ਦੀ ਗੱਲ ਹੋ ਰਹੀ ਹੈ ਤੇ ਤਾਹਿਰ ਨਈਰ ਹੋਰਾਂ ਦੀ ਆਵਾਜ਼ ਵਿੱਚ ਗੀਤ ਸੁਣਾਉਂਦੇ ਹਾਂ, ਮਾਈਆ ਕਸ਼ਮੀਰ ਦੇ ਆ, ਹੈ ਨਾ। ਫਿਰ ਪਰਤ ਕੇ ਆਉਂਦੇ ਹਾਂ, ਸੁਣਦੇ ਰਹਿਣਾ FM ਪੰਜਾਬ ਰੰਗ 99.4 ਜੀ। ਇੱਕ ਵਾਰੀ ਪਰਤ ਕੇ ਫਿਰ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਨਾਸਿਰ ਅਹਿਮਦ। ਅੱਜ ਦੇ ਸਾਡੇ ਪ੍ਰਾਹੁਣੇ ਮੁਹੰਮਦ ਇਰਫਾਨ ਗੌਰੀ ਸਾਹਿਬ ਸਹਾਫੀ ਨੇ, ਸਿਆਹਤ ਨਾਲ ਵੀ ਜੁੜਤ ਹੈ, ਇਹਨਾਂ ਦੀ ਦਰਸੋ ਤਦਰੀਸ ਨਾਲ ਜੁੜਤ ਹੈ। ਤੇ ਦੂਜੇ ਸਾਡੇ ਅੱਜ ਦੇ ਪ੍ਰਾਹੁਣੇ ਨੇ ਅਜ਼ਹਰ ਹਿਜਾਜ਼ੀ ਸਾਹਿਬ, ਇਹਨਾਂ ਕੋਲ ਅਸੀਂ ਮਜ਼ੀਦ ਕਲਾਮ ਹੀ ਸੁਣਾਂਗੇ। ਤੇ ਇਰਫਾਨ ਗੌਰੀ ਸਾਹਿਬ, ਅਸੀਂ ਆਜ਼ਾਦ ਜੰਮੂ ਕਸ਼ਮੀਰ ਦੀ ਗੱਲ ਕਰ ਰਹੇ ਸਾਂ ਤੇ ਮੀਰਪੁਰ ਦੀ ਗੱਲ ਕਰ ਰਹੇ ਸਾਂ। ਤੁਸੀਂ ਸਾਨੂੰ ਪੋਠਵਾਰੀ ਤੇ ਪਹਾੜੀ ਦੇ ਫਰਕ ਬਾਰੇ ਵੀ ਦੱਸਿਆ, ਆਜ਼ਾਦ ਕਸ਼ਮੀਰ ਦੇ ਕਲਚਰ ਬਾਰੇ ਵੀ ਦੱਸਿਆ। ਤੇ ਜਿਹੜੇ ਅਸੀਂ ਮੀਰਪੁਰ ਦੀ ਗੱਲ ਕਰਨੇ ਆ, ਤੇ ਮੀਰਪੁਰ ਦੀ ਇੱਕ ਵਜ੍ਹਾ ਸ਼ੋਹਰਤ ਹੈ ਮੰਗਲਾ ਡੈਮ। ਤੇ ਮੰਗਲਾ ਡੈਮ ਦੀ ਸਾਡੇ ਸੁਣਨ ਵਾਲੇ ਨੂੰ ਉਹਦੀ ਤਾਰੀਖ ਬਾਰੇ ਵੀ ਦੱਸੋ ਤੇ ਮੰਗਲਾ ਡੈਮ ਬਾਰੇ ਵੀ ਦੱਸੋ। ਮੰਗਲਾ ਡੈਮ ਜਿਹੜਾ ਨਾ, ਮਤਲਬ ਇੱਕ ਤੇ ਝੀਲ ਦੇ ਤੌਰ ਤੇ ਤੁਸੀਂ ਸਾਰੇ ਜਾਣਦੇ ਹੀ ਹੋ। ਉਸ ਤੋਂ ਇਲਾਵਾ ਮੰਗਲਾ ਡੈਮ ਪਾਕਿਸਤਾਨ ਦੇ ਜਿਹੜੇ ਯਾਨੀ 60s ਤੋਂ ਤੁਸੀਂ ਜਦੋਂ ਲੈਂਦੇ ਹੋ
ਤੇ ਜਿਹੜੀ ਬਿਜਲੀ ਦੀ ਪੈਦਾਵਾਰ ਹੈ ਇਵਨ ਟਿਲ 80s ਯਾਨੀ ਜਦੋਂ IPPs ਨਹੀਂ ਸਨ ਆਏ ਤੇ ਮੰਗਲਾ ਔਰ ਤਰਬੇਲਾ ਇਹ ਮੇਨ ਸੋਰਸ ਸਨ ਸਾਡੇ ਪੂਰੇ ਮੁਲਕ ਦੀ ਬਿਜਲੀ ਦਾ। ਤੇ ਝੀਲ ਦੇ ਹਵਾਲੇ ਨਾਲ ਹੈ ਵੇ ਕਿ ਚੂੰਕਿ ਵਨ ਆਫ ਦਾ ਬਿਗੈਸਟ ਜਿਹੜੀ ਹੈ ਨਾ ਪਾਕਿਸਤਾਨ ਦੇ ਹਵਾਲੇ ਨਾਲ ਨੰਬਰ 1 ਨੰਬਰ 2 ਤੁਸੀਂ ਕਹਿ ਸਕਦੇ, ਪਹਿਲੇ ਨੰਬਰ 2 ਸੀ, ਹੁਣ ਇਹਦੀ ਜਦੋਂ ਅਪਰਾਈਜ਼ਿੰਗ ਹੋਈ ਤੇ ਉਸ ਤੋਂ ਬਾਅਦ ਗਲਬਨ ਨੰਬਰ 1 ਹੀ ਨਹੀਂ ਤਰਬੇਲਾ ਔਰ ਇਹ ਕਰੀਬ ਨੇ ਔਰ ਦੁਨੀਆ ਦੇ ਵੀ ਵੱਡੇ ਡੈਮਾਂ 'ਚ ਵੱਡੇ ਡੈਮਾਂ ਵਿੱਚ ਨੇ। ਠੀਕ ਹੈ। ਔਰ ਫਿਰ ਇਸ ਦੇ ਨਾਲ ਜਿਹੜਾ ਪਾਣੀ ਹੈ ਉਹ ਫਿਰ ਅੱਗੇ ਨਹਿਰਾਂ ਨੂੰ ਜਾਣਾ, ਉਹਨੂੰ ਸਪਲਾਈ ਕਰਨਾ, ਤੇ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਤੁਸੀਂ ਕਹਿ ਸਕਦੇ ਹੋ ਸਾਡੇ ਰੀਜਨ ਦੇ ਹਵਾਲੇ ਨਾਲ। ਜਦੋਂ ਅਸੀਂ ਡੈਮਾਂ ਦੀ ਗੱਲ ਕਰਦੇ ਹਾਂ ਤਾਂ ਮੇਰੀ ਪਰਸਨਲ ਕੁਝ ਚੀਜ਼ਾਂ ਜਿਹੜੀਆਂ ਕਿ ਅਸੀਂ ਦੇਖੀਆਂ ਨੇ। ਦੇਖੋ ਜਦੋਂ ਇਹ ਡੈਮਸ ਬਣਦੇ ਨੇ ਤੇ ਉਸ ਦੇ ਹਵਾਲੇ ਨਾਲ ਬੜੀ ਕੰਟਰੋਵਰਸੀਜ਼ ਵੀ ਆਉਂਦੀਆਂ ਨੇ, ਲੇਕਿਨ ਅਸੀਂ ਇਹ ਵੇਖਿਆ ਕਿ ਜਿਹੜਾ ਡੈਮ ਬਣਿਆ ਦੋ ਕਿ ਉਸ ਦੀ ਵਜ੍ਹਾ ਤੋਂ ਸਾਡੇ ਬਹੁਤ ਸਾਰੇ ਯਾਨੀ ਮੀਰਪੁਰ ਦਾ ਸ਼ਹਿਰ ਜਿਹੜਾ ਕਦੀਮ ਜਿਹੜਾ ਮੀਰਪੁਰ ਸਾਡਾ ਜ਼ਿਲ੍ਹਾ ਸੀ, ਜਿਹੜਾ ਸ਼ਹਿਰ ਸੀ, ਡਡਿਆਲ ਦਾ ਸ਼ਹਿਰ, ਉਸ ਤੋਂ ਇਲਾਵਾ ਕੋਈ 200 ਤੋਂ ਸ਼ਾਇਦ ਜ਼ਿਆਦਾ ਦਿਹਾਤ ਉਹਦੇ ਵਿੱਚ ਹੈ, ਕਾਫੀ ਵੱਡਾ ਏਰੀਆ। ਯਾਨੀ ਮੀਰਪੁਰ ਇਟਸੈਲਫ ਜਿਹੜਾ ਜ਼ਿਲ੍ਹਾ ਸੀ ਉਹਦਾ ਤੁਸੀਂ ਸਮਝ ਲਓ ਕਿ ਸ਼ਾਇਦ 80% ਆਬਾਦੀ ਇਫੈਕਟ ਹੋਈ ਹੋਣੀ, 70 to 80% ਇੱਕ ਮਤਲਬ ਹੈ ਕਿ ਮੇਰਾ ਅੰਦਾਜ਼ਾ ਹੈ ਜਿਹੜਾ। ਲੇਕਿਨ ਉਹਦੇ ਨਾਲ ਜਿਹੜਾ ਸਾਨੂੰ ਕੁਝ ਚੀਜ਼ਾਂ ਦੇ ਜਿਹੜੇ ਬੈਨੀਫਿਟਸ ਹੋਏ, ਨੰਬਰ 1 ਤੇ ਇਹ ਹੋਇਆ ਕਿ ਜਿਹੜੇ ਸਾਡੇ ਕੁਝ ਇਲਾਕੇ ਸਨ ਜਿੱਥੇ ਕਿ ਪਾਣੀ ਦੀ ਸਤ੍ਹਾ ਬਹੁਤ ਨੀਚੇ ਸੀ, ਉਹ ਪਾਣੀ ਦੀ ਸਤ੍ਹਾ ਬਿਹਤਰ ਹੋਈ। ਔਰ ਪਹਾੜੀ ਇਲਾਕਿਆਂ 'ਚ ਤੁਹਾਨੂੰ ਪਤਾ ਹੈ ਕਿ ਅਗਰ ਪਾਣੀ ਤੁਹਾਡੇ ਵਾਸਤੇ ਬਹੁਤ ਬੜਾ ਇੱਕ ਹਰ ਜਗ੍ਹਾ ਤੇ ਹੈ ਵੇ, ਲੇਕਿਨ ਪਹਾੜੀ ਇਲਾਕਿਆਂ 'ਚ ਪਾਣੀ ਲੈ ਕੇ ਆਉਣਾ ਕਰਨਾ ਇਹ ਬੜਾ ਇੱਕ ਮੁਸ਼ਕਿਲ ਕੰਮ ਸੀ। ਦੂਜਾ ਜਿਹੜਾ ਉਹਦੇ ਨਾਲ ਲਿੰਕਡ ਜਿਹੜੀ ਸਾਡੀ ਚੀਜ਼ ਹੈ ਉਹ ਹੈ ਵੇ ਕਿ ਜਿਹੜੇ ਸਾਡੇ ਲੋਕ ਜਿਹੜੇ ਫਿਰ ਉਹ ਬਾਹਰ ਸੈਟਲ ਹੋਏ। ਉਹ ਵੀ ਬੜੀ ਇੱਕ ਇੰਟਰਸਟਿੰਗ ਜੀ ਚੀਜ਼ ਹੈ ਕਿ ਬਈ ਲੋਕ ਇਹ ਸਮਝਦੇ ਨੇ ਕਿ ਸ਼ਾਇਦ ਜਿਹੜਾ ਮੀਰਪੁਰ ਦਾ ਏਰੀਆ ਵੇ ਬੇਸਿਕਲੀ ਸਾਡੇ ਸ਼ੁਰੂ ਤੋਂ ਇਹ ਸੀਗਾ ਕਿ ਸਾਡੇ ਇਲਾਕਿਆਂ ਵਿੱਚ ਪਹਿਲਾਂ ਵੀ ਇੱਕ ਟ੍ਰੈਂਡ ਸੀ ਕਿ ਸਾਡੇ ਇਲਾਕਿਆਂ ਦੇ ਲੋਕ ਜਾਂਦੇ ਸਨ ਬਾਹਰ ਮਜ਼ਦੂਰੀ ਕਰਨ ਲਈ, ਮੇਨਲੀ ਬੰਬੇ ਵਿੱਚ, ਯਾਨੀ ਉਸ ਵੇਲੇ ਜਿਹੜਾ ਸੀ ਸਬ ਕੰਟੀਨੈਂਟ ਵਿੱਚ, ਤੇ ਉੱਥੇ ਜਾਂਦੇ ਸਨ, ਆਪਣਾ ਬੰਬੇ ਜਾਂਦੇ ਸਨ। ਔਰ ਫਿਰ ਜਦੋਂ ਪਾਕਿਸਤਾਨ ਬਣਿਆ ਤੇ ਫਿਰ ਕਰਾਚੀ। ਔਰ ਇਸ ਤੋਂ ਇਲਾਵਾ ਕੁਝ ਲੋਕ ਜਿਹੜੇ ਸਨ ਉਹ ਬਿਫੋਰ ਪਾਰਟੀਸ਼ਨ ਉਹ ਜਾਂਦੇ ਸਨ ਉੱਥੇ ਆਸਟ੍ਰੇਲੀਆ ਤੇ ਸਿਡਨੀ ਵਿੱਚ, ਉਸ ਵੇਲੇ ਸਾਡੇ ਇਲਾਕੇ ਵਿੱਚ ਲੋਕ ਉਹਨੂੰ ਕਹਿੰਦੇ ਸਨ ਸ਼ਿਰਨੀ, ਯਾਨੀ ਉਹਨਾਂ ਦਾ ਜਿਹੜਾ ਤਲੱਫੁਜ਼ ਸੀ ਉਹਦਾ, ਔਰ ਇੰਗਲੈਂਡ ਵਗੈਰਾ ਵਿੱਚ ਜਾਣਾ ਸ਼ੁਰੂ ਹੋਏ। ਲੇਕਿਨ ਜਦੋਂ ਇਹ ਡੈਮ ਬਣਿਆ ਤੇ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਮੁਆਵਜ਼ੇ ਮਿਲੇ ਤੇ ਉਹ ਮੁਆਵਜ਼ੇ ਇੱਕ ਤੇ ਹੋਇਆ ਕਿ ਉਹਨਾਂ ਦੀਆਂ ਜਿਹੜੀਆਂ ਫਰਟਾਈਲ ਲੈਂਡ ਸਨ ਉਹ ਚਲੀਆਂ ਗਈਆਂ ਪਾਣੀ 'ਚ, ਤੇ ਉਹ ਜਿਹੜੇ ਮੁਆਵਜ਼ੇ ਮਿਲੇ ਤੇ ਉਹਨਾਂ ਦਾ ਇਹ ਸੋਚਿਆ ਕਿ ਯਾਰ ਇਹ ਅਸੀਂ ਹੁਣ ਸਾਡੇ ਵਾਸਤੇ ਮਿਹਨਤ ਮਜ਼ਦੂਰੀ ਕਰਨ ਲਈ ਕੀ ਕਰੀਏ। ਤੇ ਉਹ ਉਸ ਵੇਲੇ ਚੁੱਕੇ ਕੈਪੀਟਲ ਜਿਹੜਾ ਜੇ ਕਰਾਚੀ ਵਿੱਚ ਹੀ ਸੀ, ਤੇ ਇਹ ਲੋਕ 50s ਵਿੱਚ, ਲੇਟ 50s ਅਰਲੀ 60s ਵਿੱਚ ਇਹ ਲੋਕ ਜਿਹੜੇ ਸਨ ਇੱਥੋਂ ਕਰਾਚੀ ਜਾਂਦੇ ਸਨ, ਉੱਥੋਂ ਪਾਸਪੋਰਟ ਬਣਾਉਣਾ ਵੀ ਉਸ ਵੇਲੇ ਕੋਈ ਇੰਨਾ ਸੌਖਾ ਨਹੀਂ ਸੀ, ਔਰ ਟਿਕਟ ਲੈਂਦੇ ਸਨ ਔਰ ਚਲੇ ਜਾਂਦੇ ਸਨ ਉੱਥੇ ਇੰਗਲੈਂਡ। ਤੇ ਉਹ ਸੈਕੰਡ ਵਰਲਡ ਵਾਰ ਤੋਂ ਬਾਅਦ ਉੱਥੇ ਮਜ਼ਦੂਰਾਂ ਦੀ ਜ਼ਰੂਰਤ ਸੀ, ਤੇ ਉਹ ਮਜ਼ਦੂਰਾਂ ਦੀ ਜਿਹੜੀ ਸੀ ਜ਼ਰੂਰਤ ਉਹ ਮਤਲਬ ਹੈ ਕਿ ਉੱਥੇ ਇਹ ਲੋਕ ਚੂੰਕਿ ਹਾਰਡ ਵਰਕਰ ਸਨ ਬਹੁਤ, ਕਿਉਂਕਿ ਇਹ ਪਿੰਡਾਂ ਤੋਂ ਉਹੀ ਜ਼ਿਮੀਂਦਾਰ ਤਬਕਾ ਸੀ, ਤੇ ਉਹ ਜਿਹੜਾ ਗੋਰਾ ਸੀ ਉਹ ਵੀ ਬੜਾ ਖੁਸ਼ ਹੁੰਦਾ ਸੀ। ਉਹ ਇਹਨਾਂ ਕੋਲੋਂ ਕਹਿੰਦਾ ਸੀ, ਬਾਕਾਇਦਾ ਇਹਨਾਂ ਨੂੰ ਕਮਿਸ਼ਨ ਦਿੰਦੇ ਸਨ ਕਿ ਤੁਸੀਂ ਅਗਰ ਕੋਈ ਹੋਰ ਵੀ ਤੁਹਾਡਾ ਕੋਈ ਭਾਈ ਕੋਈ ਜਾਣ ਪਛਾਣ ਵਾਲਾ ਕੋਈ ਹੋਰ ਹੈ ਵੇ ਅਗਰ, ਤੇ ਉਹਨੂੰ ਵੀ ਤੁਸੀਂ ਲੈ ਆਓ। ਤਾਂ ਇਸ ਤਰੀਕੇ ਨਾਲ ਜਿਹੜਾ ਸਾਡਾ ਸਿਲਸਿਲਾ ਉਹ 50s ਔਰ 60s ਵਿੱਚ ਗਏ ਲੋਕ। ਫਿਰ 70s ਵਿੱਚ ਉਹ ਜਿਹੜੇ ਪਹਿਲੇ ਲੋਕ ਗਏ ਉਹ ਗਏ ਸੀ ਕਿ ਬਈ ਅਸੀਂ ਉੱਥੇ ਮਜ਼ਦੂਰੀ ਕਰਨੀ ਵਾਪਸ ਆ ਜਾਣਾ, ਲੇਕਿਨ ਫਿਰ 70s ਵਿੱਚ ਫੈਮਲੀਜ਼ ਜਾਣੀਆਂ ਸ਼ੁਰੂ ਹੋ ਗਈਆਂ, ਫਿਰ ਉੱਥੇ ਹੀ ਆਬਾਦ ਹੋ ਗਏ। ਹੁਣ ਇਸ ਵੇਲੇ ਮੇਰਾ ਆਪਣਾ ਇਹ ਖਿਆਲ ਹੈ ਕਿ ਜਿੰਨੇ ਇੱਥੇ ਮੀਰਪੁਰ ਦੀ ਇੱਥੇ ਹੁਣ ਆਬਾਦੀ ਹੈ ਸ਼ਾਇਦ ਇਤਨੀ ਜਾਂ ਇਸ ਤੋਂ ਜ਼ਿਆਦਾ ਜਿਹੜੀ ਹੈ ਉਹ ਸਾਡੇ ਲੋਕ ਜਿਹੜੇ ਨੇ ਉਹ ਬਾਹਰ ਔਰ ਖਾਸ ਤੌਰ ਤੇ ਇੰਗਲੈਂਡ ਵਿੱਚ ਆਬਾਦ ਨੇ ਜੀ। ਤੇ ਉਸ ਦੀ ਵਜ੍ਹਾ ਤੋਂ ਫਿਰ ਇਹ ਵੀ ਹੈ ਕਿ ਥੋੜੀ ਖੁਸ਼ਹਾਲੀ ਵੀ ਆਈ ਹੈ, ਯਾਨੀ ਥੋੜੀ ਨਹੀਂ ਬਲਕਿ ਬਹੁਤ ਹੱਦ ਤੱਕ ਖੁਸ਼ਹਾਲੀ ਹੈ। ਔਰ ਫਿਰ ਜਿਹੜਾ ਮੀਰਪੁਰ ਦਾ ਕਲਚਰ ਹੈ ਉਹ ਤੁਹਾਨੂੰ ਬਾਕੀ ਕਸ਼ਮੀਰ ਤੋਂ ਅਲੱਗ ਇਸ ਤਰੀਕੇ ਨਾਲ ਮਿਲੇਗਾ ਕਿ ਉਹ ਇਹ ਹੁੰਦਾ ਹੈ ਕਿ ਅਗਰ 3-4 ਭਾਈ ਨੇ ਤੇ ਅਗਰ 4 ਨੇ ਤੇ 3 ਬਾਹਰ ਨੇ ਤੇ ਇੱਕ ਅੱਧਾ ਇੱਥੇ ਹੈ, ਉਹ ਜਿਹੜਾ ਹੀ ਕਿੱਥੇ ਹੈ ਉਹ ਬਸ ਉਹੀ ਹੁੰਦਾ ਕਿ ਸੋਸ਼ਲਾਈਜੇਸ਼ਨ ਤੇ ਇਹੀ ਚੀਜ਼ਾਂ ਉਹਨੇ ਕਾਰੋਬਾਰ ਵੇਖਣਾ। ਬਾਕੀ ਬਹੁਤ ਘੱਟ ਲੋਕ ਨੇ, ਯਾਨੀ ਬਾਕੀ ਜਿਹੜੇ ਲੋਕ ਉੱਥੇ ਕਾਰੋਬਾਰੀ ਜਿਹੜਾ ਤਬਕਾ ਤੁਹਾਨੂੰ ਨਜ਼ਰ ਆਏਗਾ ਉਹ ਜਾਂ ਤੇ ਸਾਡੇ ਪਸ਼ਤੂਨ ਭਾਈ ਨੇ ਜਾਂ ਫਿਰ ਪੰਜਾਬ ਤੋਂ ਜਿਹੜੇ ਲੋਕ ਆਏ ਨੇ ਉਹਨਾਂ ਦੇ ਕਾਰੋਬਾਰ। ਕਿਉਂਕਿ ਇੱਕ ਇਹ ਵੀ ਤਾਸਰ ਹੈ ਕਿ ਅਕਸਰ ਮਕਾਨ ਖਾਲੀ ਨੇ ਔਰ ਜਿਹੜੇ ਇੱਥੇ ਦੇ ਮਾਲਕ ਮਕਾਨ ਨੇ ਉਹ UK ਸੈਟਲ ਨੇ,
मीरपुर ਦੇ ਬਾਰੇ 'ਚ। ਬਹੁਤ ਬੜੀਆਂ ਜੀ। ਯਾਨੀ ਉੱਥੇ ਬੜਾ ਜਿਹੜਾ ਨਾ ਮੀਰਪੁਰ ਸ਼ਹਿਰ ਵਿੱਚ ਸ਼ਾਇਦ ਇੰਨਾ ਨਹੀਂ ਹੋਣਾ, ਲੇਕਿਨ ਜਿਹੜੇ ਪਿੰਡ ਥਾਂ ਨੇ ਨਾ ਜਿਹੜੀ ਪੈਰੀਫਰੀਜ਼ ਨੇ ਜੀ। ਉੱਥੇ ਬਹੁਤ ਜ਼ਿਆਦਾ। ਉਹਦੀ ਵੀ ਵਜ੍ਹਾ ਇਹ ਹੈ ਕਿ ਉਹ ਲੋਕਾਂ ਨੇ, ਚੁੱਕਿ ਅਸੀਂ ਲੋਕ ਫਿਰ ਵੀ ਕਿੰਨੇ ਵੀ ਉਹ ਹੋਈਏ, ਲੇਕਿਨ ਅਸੀਂ ਸ਼ਾਇਦ ਇੱਕ ਉਹ ਹੁੰਦਾ ਦੇਖਾ ਦੇਖੀ ਵਾਲੇ, ਇੱਕ ਨੇ ਕੋਠੀ ਬਣਾਈ ਤੇ ਦੂਜੇ ਬੰਦੇ ਨੇ ਵੀ ਉਸ ਤਰ੍ਹਾਂ ਦੀ ਕੋਠੀ ਬਣਾਣੀ। ਅਬ ਹੁਣ ਉਹਨਾਂ ਨੇ ਜਿਹਨਾਂ ਲੋਕਾਂ ਨੇ ਉਹ ਬਣਾਈਆਂ ਨੇ, ਉਹਨਾਂ ਦੇ ਬੱਚੇ, ਉਹਨਾਂ ਦੀ ਫੈਮਲੀਜ਼ ਉਹ ਸਾਰੇ ਬਾਹਰ ਨੇ, ਤੇ ਉਹ ਕਦੇ ਕਿਰੇ ਕੋਈ ਆ ਗਿਆ ਤੇ ਆ ਗਿਆ। ਅਦਰਵਾਈਜ਼ ਇਹ ਹੁੰਦਾ ਹੈ ਕਿ ਉਹ ਬੜੇ ਮਕਾਨ, ਯਾਨੀ ਬਾਜ਼ ਐਸੇ ਸਾਡੇ ਪਿੰਡਾਂ 'ਚ ਮਕਾਨ ਨੇ ਕਿ ਤੁਸੀਂ ਹੈਰਾਨ ਰਹਿ ਜਾਓਗੇ ਕਿ ਉਸ ਤਰ੍ਹਾਂ ਦੇ ਤੁਹਾਨੂੰ ਕਾਰ ਤੇ ਉਸ ਤਰ੍ਹਾਂ ਦੀਆਂ ਕੋਠੀਆਂ ਔਰ ਉਸ ਤਰ੍ਹਾਂ ਦੀਆਂ ਫੈਸਿਲਿਟੀਜ਼ ਜਿਹੜੀਆਂ ਨੇ, ਯਾਨੀ ਇਸ ਤਰ੍ਹਾਂ ਦੇ ਵੀ ਮਕਾਨ ਜਿਹੜੇ ਨੇ ਉਹ ਹੈ ਨੇ ਕਿ ਜਿੱਥੇ ਉਹਨਾਂ ਨੇ ਛੱਤਾਂ ਦੇ ਉੱਤੇ ਹੈਲੀਕਾਪਟਰ ਉਤਰਨ ਦੀ ਉਹਨਾਂ ਨੇ ਜਗ੍ਹਾ ਰੱਖੀ, ਗੱਡੀਆਂ ਦੀਆਂ ਪਾਰਕਿੰਗਸ ਦੀਆਂ, ਪਤਾ ਨਹੀਂ ਕੀ ਲੋਕਾਂ ਨੇ। ਤੇ ਉਹ ਜਿਹੜਾ ਉਹਨਾਂ ਦੇ ਸ਼ੌਕ, ਜਿਹੜਾ ਉਹਨਾਂ ਨੇ ਉੱਥੇ ਪੈਸਾ ਕਮਾਇਆ, ਜਿਹੜਾ ਉਹ ਸਿਲਸਿਲਾ, ਉਹਨੂੰ ਫਿਰ ਉਹ ਇੱਥੇ ਆ ਕੇ ਤੇ ਉਹਨਾਂ ਨੇ ਇੱਕ ਤਰ੍ਹਾਂ ਦਾ ਉਹਨਾਂ ਦਾ ਡਿਸਪਲੇ ਕਹੋ ਜਾਂ ਵਟਐਵਰ, ਉਹ ਵੀ ਉੱਥੇ ਜਿਹੜਾ ਨਾ ਉਹ ਕੀਤਾ ਜੀ। ਤੇ ਉਹ ਮੀਰਪੁਰ ਦੀ ਤੁਸੀਂ ਇਰਦ ਗਿਰਦ ਤੁਸੀਂ ਦੇਖੋਗੇ ਤਾਂ ਬੜੇ ਖੂਬਸੂਰਤ ਮਕਾਨ ਵੀ ਨਜ਼ਰ ਆਉਣਗੇ। ਯਾਨੀ ਇਹ ਵੀ ਇੱਕ ਸਾਡਾ ਮੀਰਪੁਰ ਦੇ ਕਲਚਰ ਦਾ ਤੁਸੀਂ ਹਿੱਸਾ ਕਹੋ ਜਾਂ ਵਟਐਵਰ, ਤੇ ਇਹ ਵੀ ਇੱਕ ਜਿਹੜੀ ਹੈ ਨਾ ਉਹ ਖਾਸ ਚੀਜ਼ ਹੈ ਮੀਰਪੁਰ ਦੇ ਹਵਾਲੇ ਨਾਲ। ਯਾਨੀ ਜਿੱਥੇ ਖੁਸ਼ਹਾਲੀ ਹੈ ਤੇ ਉਹਦੇ ਨਾਲ ਉਸ ਖੁਸ਼ਹਾਲੀ ਦਾ ਇਜ਼ਹਾਰ ਵੀ ਤੁਹਾਨੂੰ ਜਿਹੜਾ ਉਹ ਨਜ਼ਰ ਆਏਗਾ। ਔਰ ਫਿਰ ਉਹ ਜਿਹੜੇ ਆਉਂਦੇ ਨੇ ਨੌਜਵਾਨ ਖਾਸ ਤੌਰ ਤੇ ਉੱਥੋਂ ਬਾਹਰੋਂ, ਉਹ ਤੁਹਾਨੂੰ ਤੁਸੀਂ ਉੱਥੇ ਜਿਹੜਾ ਸਾਡੇ ਗੱਡੀਆਂ ਛੱਡੀਆਂ ਦਾ ਜਿਹੜਾ ਬਿਜ਼ਨਸ ਹੈ, ਯਾਨੀ ਬੜੀ ਤੁਹਾਨੂੰ ਉੱਥੇ ਇਤਨੀ ਅੱਛੀ ਗੱਡੀ ਨਜ਼ਰ ਆਏਗੀ। ਰੈਂਟ ਤੇ ਉੱਥੇ ਗੱਡੀਆਂ ਜਨਾਬ, ਰੈਂਟੇ ਕਾਰ ਵਾਲਾ, ਉਹ ਬੜਾ ਬਿਜ਼ਨਸ ਹੈ। तो इस तरह दी चीज़ां, कपड़े वगैरह का कारोबार, इस तरह दी चीज़ां काफ़ी यानी वो है ने कि जड़ियाँ ज़्यादा लिंक्ड इकानमी जड़ी है वो साड़ी उस बाहर दे नाल है। और खास तौर पे ਤੁਸੀਂ ਕੱਪੜੇ ਦਾ ਜ਼ਿਕਰ ਕੀਤਾ ਨਾ, ਤੇ ਉੱਥੇ ਦੇ ਬਾਰੇ ਚ ਵੀ ਮਸ਼ਹੂਰ ਹੈ ਕਿ ਸਾਰੇ ਬ੍ਰਾਂਡਸ ਬਲਕਿ ਇੰਟਰਨੈਸ਼ਨਲ ਬ੍ਰਾਂਡਸ ਵੀ ਹਨ ਇੱਥੇ। जी मीरपुर शहर च है ने, हाँ जी मीरपुर शहर च है ने, लेकिन अदर दैन दैट भी ना जड़ा खास तौर पे खवातीन दे कपड़ियां दे हवाले नाल, क्योंकि उत्थे इंग्लैंड च जिहड़ी है ना सिलाई वो बड़ी महंगी है जी। मर्द ते अक्सर तुसी देखिया होना पा लेंदे ने, यानी उत्थे भी चलो कुछ लोग शलवार कमीज उत्थे भी इंग्लैंड च भी पांदे ने, लेकिन अक्सर चलो उन्होंने पैंट, लेकिन खवातीन चूंकि उन्होंने पाने होंदे ने शलवार कमीज़ां साड़ियां, ते वो फिर उन्होंने उत्थे बड़ा महंगा पैंदा है। मेरा ख्याल है कि इस वेले भी 14-15 पाउंड 20 पाउंड जी है वो सिलाई होनी, मैनू एग्जैक्ट नहीं पता, लेकिन इन्नी को सिलाई है। इतने तुम 20 पाउंड में जरा कन्वर्ट करके देख लो तो सूट आ जाते हैं। वो खवातीन जो आंदियां ने तो साडे उत्थे जिहड़ा ना अपना डडियाल शहर तुसी चले जाओ या किसी भी उत्थे जिहड़े साडे कस्बियां भी चले जाओ, तो वो फिर यह होंदा है कि मेनली जिहड़ा साडा उत्थे बिजनेस चलदा है वो उहदे पिछे वो ड्राइविंग फोर्स जिहड़ी है वो वही इंग्लैंड तो जिहड़े लोग आंदे ने वही होंदा। सही। ਤੇ ਮੁਹੰਮਦ ਇਰਫਾਨ ਗੌਰੀ ਸਾਹਿਬ, ਇਹ ਤੇ ਅਸੀਂ ਗੱਲ ਕੀਤੀ ਮੀਰਪੁਰ ਦੇ ਬਾਰੇ, ਤੇ ਤੁਸੀਂ ਜਿਹੜਾ ਉਹ ਸਿਆਹਤ ਦਾ ਵੀ ਬੜਾ ਸ਼ੌਕ ਰੱਖਦੇ ਹੋ। ਤੁਸੀਂ ਸ਼ੋਅ ਦੇ ਸ਼ੁਰੂ ਤੋਂ ਦੱਸਿਆ ਕਿ ਸਹਾਫਤ ਇੱਕ ਮੇਨ ਵਜ੍ਹਾ ਹੈ ਕਿ ਸਹਾਫਤ ਪਾਰੋਂ ਤੁਸੀਂ ਦੁਨੀਆ ਵੀ ਘੁੰਮੇ ਹੋ, ਤੇ ਅਸੀਂ ਗੱਲ ਕਰ ਰਹੇ ਹਾਂ ਯੂਕੇ ਦੀ, ਬਰਤਾਨੀਆ ਦੀ, ਤੇ ਅਸੀਂ ਬਾਕੀ ਵੀ ਗੱਲ ਕਰਾਂਗੇ। ਤੁਹਾਨੂੰ ਬਰਤਾਨੀਆ ਜਾਣ ਦਾ ਇਤਫਾਕ ਹੋਇਆ? जी मैनू बहुत दफा ਤੇ ਜ਼ਰਾ ਸਾਡੇ ਨਾਲ ਸਾਂਝੇ ਕਰੋਗੇ ਆਪਣੇ ਵਿਚਾਰ ਕਿ ਬ੍ਰੈਡਫੋਰਡ ਨੂੰ ਕਹਿੰਦੇ ਨੇ ਨਾ ਜੀ ਮੀਰਪੁਰ ਤੇ ਡਡਿਆਲ ਦੇ ਲੋਕੀ ਉੱਥੇ ਨੇ, ਹੋਰ ਵੀ ਮੈਨਚੈਸਟਰ ਚ ਨੇ, ਲੰਡਨ ਚ ਨੇ, ਬਰਮਿੰਗਮ ਜੀ, ਬਰਮਿੰਗਮ ਜਿਹੜਾ ਉਹ ਵੀ ਮਤਲਬ ਤੁਸੀਂ ਇਹ ਦੇਖੋ ਕਿ ਕੁਝ ਏਰੀਆਜ਼ ਜਿਹੜੇ ਨੇ ਉਹ ਬਿਲਕੁਲ ਹੀ ਜਿਹੜਾ ਤੁਹਾਨੂੰ ਉਹ ਸਮਝ ਲਓ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਕਿਸੇ ਇੰਗਲੈਂਡ ਵਿੱਚ ਹੋ या यूरोप ਦੇ ਕਿਸੇ ਉਹਦੇ ਉਹ ਤੁਹਾਨੂੰ ਬਿਲਕੁਲ ਉਹੀ ਕਲਚਰ ਨਜ਼ਰ ਆਏਗਾ, ਉਹੀ ਸਾਰੀਆਂ ਚੀਜ਼ਾਂ, ਸਾਡੇ ਲਿਬਾਸ ਤੇ ਖਾਣ ਪੀਣ ਹਰ ਚੀਜ਼ਾਂ ਇਸੇ ਤਰ੍ਹਾਂ ਨਾਲ ਉਹ ਤੁਹਾਨੂੰ ਨਜ਼ਰ ਆਏਗਾ। ਅੱਛਾ, ਦੂਸਰਾ ਮੈਂ ਤੁਹਾਨੂੰ ਦੱਸਾਂ ਕਿ ਉਦੋਂ ਤੁਸੀਂ ਚੰਗੀ ਗੱਲ ਕਹੋ ਜਾਂ ਮਾੜੀ ਗੱਲ ਕਹੋ, ਇਹ ਹੁਣ ਇਹਦੇ ਤੇ ਡਿਬੇਟ ਹੈ ਕਿ ਸਾਡੇ ਜਿਹੜੇ ਲੋਕਾਂ ਨੇ ਆਪਣਾ ਕਲਚਰ ਜਿਹੜਾ ਉਹ ਉਹਨਾਂ ਨੇ ਮਤਲਬ ਤੁਸੀਂ ਇਹ ਦੇਖੋ ਕਿ ਇੰਡੀਅਨਸ ਨੇ ਨਾ ਜਾਂ ਬਾਕੀ ਲੋਕ ਜਿਹੜੇ ਗਏ ਨੇ ਨਾ, ਉਹਨਾਂ ਨੇ ਸ਼ਾਇਦ ਉਸ ਕਲਚਰ ਆਪਣੇ ਨੂੰ ਬੜਾ ਉਸ ਤਰੀਕੇ ਨਾਲ ਡਿਸਪਲੇ ਨਹੀਂ ਕੀਤਾ। ਸਾਡੇ ਜਿਹੜੇ ਮੀਰਪੁਰ ਦੇ ਲੋਕ ਨੇ ਨਾ, ਇਹਨਾਂ ਨੇ ਤੁਸੀਂ ਮਜ਼ੇਦਾਰ ਗੱਲ ਤੁਹਾਨੂੰ ਦੱਸਾਂ ਕਿ ਉੱਥੇ ਵੀ ਐਸੇ ਲੋਕ ਹੈ ਨੇ ਕਿ ਜਿਨ੍ਹਾਂ ਨੇ ਉੱਥੇ ਵੀ ਮੰਜੀਆਂ ਲੈ ਕੇ ਗਏ ਹੋਏ ਨੇ, ਠੀਕ ਹੈ ਜੀ, ਹੁੱਕੇ, ਠੀਕ ਹੈ, ਪੀੜੇ, ਇਹ ਚੀਜ਼ਾਂ ਉੱਥੇ ਮੈਂ ਇੰਗਲੈਂਡ ਜਾ ਕੇ ਉੱਥੇ ਜਿਹੜੀਆਂ ਚੀਜ਼ਾਂ ਇੱਥੇ ਅਸੀਂ ਇੰਨਾ ਨਹੀਂ ਇਸਤੇਮਾਲ ਕਰਦੇ, ਅਸੀਂ ਇਹਨੂੰ ਸ਼ਾਇਦ ਹੁਣ ਇਹ ਸਮਝਦੇ ਹਾਂ ਕਿ ਮਾਡਰਨਾਈਜੇਸ਼ਨ ਵਿੱਚ ਤੁਸੀਂ ਘਰਾਂ 'ਚ ਸੋਫੇ ਤੇ ਇਹ ਚੀਜ਼ਾਂ, ਉਹ ਉਹਨਾਂ ਨੇ ਉਹ ਪੀੜੇ ਪੂੜੇ ਵੀ ਉੱਥੇ ਰੱਖੇ ਹੋਏ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਹੁੱਕੇ ਤੇ ਪੀੜੇ, ਪੀੜੀਆਂ ਤੇ ਟਰੱਕਸ ਵੀ ਤੇ ਹੋਰ ਮੰਜੇ, ਤਾਂ ਸਭ ਉੱਥੇ ਬ੍ਰੈਡਫੋਰਡ 'ਚ ਤੇ ਗਲੀਆਂ 'ਚ ਡਾਕ ਵੀ ਬੈਠੇ ਹੁੰਦੇ। ਹਾਂ, ਉਹ ਉੱਥੇ ਜਿਹੜਾ ਨਾ ਉਹਨਾਂ ਨੇ ਮਤਲਬ ਹੈ ਕਿ ਉਹ ਇਸ ਤਰੀਕੇ ਨਾਲ ਉਹ ਹੁਣ ਜਿਹੜਾ ਮੇਰਾ ਖਿਆਲ ਹੈ ਕਿ ਔਰ ਫਿਰ ਇਹ ਕਿ ਸਾਡੇ ਲੋਕ ਜਿਹੜੀ ਆਪਣੀ ਜ਼ੁਬਾਨ ਦੇ ਹਵਾਲੇ ਨਾਲ ਸਾਡੀ ਜਿਹੜੀ ਆਪਣੀ ਮੀਰਪੁਰੀ ਜ਼ੁਬਾਨ ਹੈ, यानी साढ़े जिहड़े हुण ਇਹ ਜਿਹੜੀ ਜਨਰੇਸ਼ਨ ਹੈ ਜਿਹੜੀ ਕਿ ਹੁਣ ਤੀਸਰੀ ਚੌਥੀ ਜਨਰੇਸ਼ਨ ਹੈ, ਇੱਕ ਉਹਦੇ ਵਿੱਚ ਹੁਣ ਸ਼ਾਇਦ ਕੋਈ ਥੋੜਾ ਪ੍ਰੋਬਲਮ ਆ ਗਿਆ ਕਿ ਕੁਝ ਜਿਹੜੇ ਬੱਚੇ ਨੇ ਉਹ ਸਿਰਫ ਅੰਗਰੇਜ਼ੀ ਹੀ ਮੇਨਲੀ ਬੋਲਦੇ ਨੇ,
ਲੇਕਿਨ ਇਹ ਜਿਹੜੀ ਆਪਣੀ ਸਾਡੀ ਮੀਰਪੁਰੀ ਇਹ ਸਮਝਦੇ ਸਾਰੇ ਨੇ ਔਰ ਸ਼ਾਇਦ ਉਹਨਾਂ ਨੂੰ ਉਰਦੂ ਜਾਂ ਪੰਜਾਬੀ ਜਾਂ ਕੋਈ ਹੋਰ ਜ਼ੁਬਾਨ ਨਹੀਂ ਆਉਂਦੀ ਹੋਏਗੀ ਲੇਕਿਨ ਆਪਣੀ ਜਿਹੜੀ ਮੀਰਪੁਰੀ ਹੈ ਉਹ ਬੋਲੀ ਜਾਂਦੀ ਹੈ ਸਹੀ ਔਰ ਸਾਡੀ ਜਿਹੜੀ ਉਸ ਇਲਾਕੇ ਦੀ ਫਿਰ ਅੰਗਰੇਜ਼ੀ ਹੈ ਉਹ ਵੀ ਬੜੀ ਫਿਰ ਉਹ ਮਿਕਸ ਅਪ ਹੋ ਗਈ ਜਿਹੜੀ ਖਾਸ ਤੌਰ ਤੇ ਜਿਹੜਾ ਪੁਰਾਣਾ ਤਬਕਾ ਸੀ ਨਾ ਉਹਨਾਂ ਨੇ ਅੰਗਰੇਜ਼ੀ ਤੇ ਉਹਦਾ ਬੜਾ ਅਜੀਬ ਯਾਨੀ ਉਹ ਇੱਕ ਇੰਟਰਸਟਿੰਗ ਕਿਸਮ ਦਾ ਉਹ ਮਿਲਾਪ ਹੈ ਕਿ ਜਿਵੇਂ ਉਹ ਬੜਾ ਸਾਡੇ ਮਸ਼ਹੂਰ ਨੇ ਜੀ ਕਿ ਵਿੰਡਾ ਖੋਲੀ ਛੋੜੋ विंडा जो है ना वो विंडो ठीक है डोर शट करी छोड़ो ठीक है अब ये साडे ते मजाक भी ने लेकिन वो एक कल्चरल जड़ा ना कि जड़ा उत्थे दा कल्चर ते इत्थे दा जड़ा ना ओदा मिक्सचर जड़ा बनया वो इस तरीके दा बहुत सारियां साडियां जड़ियां ने ना वो चीज़ां वो इस तरीके नाल लिंक्ड होईयां होईयां ने कि वो तुसी ये देखोगे कि जड़ी कि वो उत्थों जड़ी इन्फ्लुएंस आई है जी इंग्लैंड तो इसे तरीके नाल उन्होंने होर कईयां चीज़ां विच उत्थे ਜਿਹੜੀਆਂ ਉੱਥੇ ਸਾਡੇ ਇਲਾਕੇ 'ਚ ਬੜੀਆਂ ਚੰਗੀਆਂ ਚੀਜ਼ਾਂ ਵੀ ਹੋਈਆਂ ਉਸ ਦੇ ਨਾਲ ਉਹਦੇ ਵਿੱਚ ਇਹ ਵੇ ਕਿ ਜਿਹੜੇ ਵੈਲਫੇਅਰ ਦੇ ਕੰਮ ਨੇ ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਡਡਿਆਲ ਸ਼ਹਿਰ ਜਿਹੜਾ ਸਾਡਾ ਡਿਸਟ੍ਰਿਕਟ ਆਪਣਾ ਜਿਹੜਾ ਤਹਿਸੀਲ ਹੈਡਕੁਆਟਰ ਹਸਪੀਟਲ ਹੈ ਉੱਥੇ ਜਿਹੜਾ ਡਾਇਲਿਸਿਸ ਸੈਂਟਰ ਹੈ ਮੇਰੇ ਖਿਆਲ ਹੈ ਕਿ 7 ਕੇ 8 ਉਹਦੇ ਵਿੱਚ ਡਾਇਲਿਸਿਸ ਮਸ਼ੀਨਾਂ ਨੇ ਸ਼ਾਇਦ ਇਸ ਤੋਂ ਜ਼ਿਆਦਾ ਹੀ ਹੋਣੀਆਂ ਉਹ ਸਾਰੀਆਂ ਲੋਕਾਂ ਨੇ ਡੋਨੇਟ ਕੀਤੇ ਹੁਣ ਤੋਂ ਨਹੀਂ ਅੱਜ ਤੋਂ ਕਾਫੀ ਅਰਸਾ ਤੋਂ ਨਹੀਂ 10-15 ਸਾਲ ਪੁਰਾਣੀਆਂ ਠੀਕ ਹੈ ਇਸੇ ਤਰੀਕੇ ਨਾਲ ਤੁਸੀਂ ਐਂਬੂਲੈਂਸਿਸ ਦੇ ਹਵਾਲੇ ਨਾਲ ਇਸੇ ਤਰੀਕੇ ਨਾਲ ਜਿਹੜੇ ਤਾਲੀਮੀ ਹਵਾਲੇ ਨਾਲ ਯਾਨੀ ਇਸ ਵੇਲੇ ਵੀ ਸਾਡੇ ਪਿੰਡਾਂ ਵਿੱਚ ਵੀ ਐਸੀ ਜਗ੍ਹਾ ਨੇ ਐਸੇ ਲੋਕ ਨੇ ਕਿ ਜਿਹੜੇ ਲੋਕਾਂ ਨੂੰ ਬੱਚਿਆਂ ਨੂੰ ਮੁਫਤ ਕਿਤਾਬਾਂ ਜਿਹੜੀਆਂ ਨੇ ਉਹ ਦਿੰਦੇ ਨੇ ਠੀਕ ਹੈ ਲੋਕਾਂ ਦੀਆਂ ਸ਼ਾਦੀਆਂ ਦੇ ਹਵਾਲੇ ਨਾਲ ਇਸ ਤਰੀਕੇ ਨਾਲ ਯਾਨੀ ਇੱਥੇ ਚੈਰਿਟੀ ਜਿਹੜੀ ਹੈ ਉਹ ਵੀ ਉੱਥੇ ਸਾਡੇ ਜਿਹੜਾ ਨਾ ਉਹ ਬੜਾ ਇੱਕ ਪੋਜ਼ਿਟਿਵ ਤੁਸੀਂ ਉਹਨੂੰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਉਸ ਪੈਸੇ ਦਾ यानी जित एक तरफ तो यह है ना कि कोठियां ते वो वाला सिलसिला लेकिन उहदे नाल लोकां दे विच यह भी चीज़ है कि वो चैरिटी ठीक है लोकां दी वैलफेयर जिहड़े इत्थे लोग ने माड़ियां दा ख्याल रखना है ना साडे उत्थे असी कई चीज़ां यानी मेरे अपने जिहड़ा ग्राम है पिंड है उत्थे प्राइमरी स्कूल दी इमारत सी बड़ी पुरानी हो गई सी साडे घर दे करीब ही है वो साडे अजीज़ां ने दोस्तां ने जिहड़े साडे उत्थे करीब जिहड़े लोग ने ਉਹਨਾਂ ਨੇ ਆਪਸ ਵਿੱਚ ਉਹ ਕਰਕੇ ਕੰਟਰੀਬਿਊਸ਼ਨ ਕਰਕੇ ਤੇ ਉਹ 55-60 ਲੱਖ ਰੁਪਏ ਦੇ ਇਮਾਰਤ ਜਿਹੜੀ ਹੈ ਉਹ ਤਾਮੀਰ ਅਗਰ ਤੁਸੀਂ ਉਹਨੂੰ ਦੇਖੋ ਤੇ ਬਿਹਤਰੀਨ ਜਿਹੜਾ ਨਾ ਉਹ ਸਕੂਲ ਪਿੰਡ ਦੇ ਹਵਾਲੇ ਨਾਲ ਤੁਹਾਨੂੰ ਨਜ਼ਰ ਆਏਗਾ ਪ੍ਰਾਇਮਰੀ ਸਕੂਲ ਹੈ ਠੀਕ ਹੈ ਐਸੇ ਤਰੀਕੇ ਨਾਲ ਹੋਰ ਤੁਹਾਨੂੰ ਬਹੁਤ ਸਾਰੀਆਂ ਜਗ੍ਹਾ ਐਸੀਆਂ ਚੀਜ਼ਾਂ ਨਜ਼ਰ ਆਉਣਗੀਆਂ ਸੜਕਾਂ ਦੇ ਹਵਾਲੇ ਨਾਲ ਜਿੱਥੇ ਕੋਈ ਸੜਕ ਜਿਹੜੀ ਹੈ ਉਹ ਛੋਟੀ ਕੋਈ ਰੋਡ ਹੈ ਨਹੀਂ ਸੀ ਜਾਂਦੀ ਪਈ ਜਾਂ ਕੋਈ ਮਤਲਬ ਸਰਕਾਰੀ ਤੌਰ ਤੇ ਅਗਰ ਨਹੀਂ ਮਿਲਿਆ ਫੰਡ ਨਹੀਂ ਮਿਲਿਆ ਕੁਝ ਲੋਕਾਂ ਨੇ ਕੰਟਰੀਬਿਊਟ ਕੀਤਾ ਤੇ ਉਹਨਾਂ ਨੇ ਉਹ ਕਰਵਾ ਲਿਆ ਉਹਦੇ ਵਿੱਚ ਵੀ ਫਿਰ ਜਿਹੜਾ ਲੋਕ ਜਿਹੜੇ ਬਾਹਰ ਗਏ ਮੇਨ ਵੀ ਜ਼ਾਹਿਰ ਹੈ ਕੰਟਰੀਬਿਊਸ਼ਨ ਉਹਨਾਂ ਦਾ ਹੀ ਹੁੰਦਾ ਤੇ ਉਸ ਹਵਾਲੇ ਨਾਲ ਬਹੁਤ ਸਾਰੇ ਜਿਹੜੀਆਂ ਨੇ ਨਾ ਪ੍ਰੋਜੈਕਟਸ ਬਹੁਤ ਸਾਰੇ ਐਸੇ ਜਿਹੜੇ ਉੱਥੇ ਗਰੀਬ ਲੋਕ ਨੇ ਜਿਹੜੇ ਉੱਥੇ ਵੀ ਜ਼ਾਹਿਰ ਹੈ ਕਿ ਇਸ ਤਰ੍ਹਾਂ ਨਹੀਂ ਹੈ ਕਿ ਮੀਰਪੁਰ ਸਾਰਾ ਹੀ ਅਗਰ ਤੁਸੀਂ ਇਹ ਸਮਝੋ ਕਿ ਸਾਰੇ ਦੇ ਸਾਰੇ ਜਿਹੜੇ ਉਹ ਕਰੋੜਾਪਤੀ ਨੇ ਉਹਦੇ ਵਿੱਚ ਵੀ ਹਾਲੀ ਵੀ ਗਰੀਬ ਫੈਮਲੀਜ਼ ਹੈ ਨੇ ਲੇਕਿਨ ਉਹਨਾਂ ਨੂੰ ਬੜਾ अच्छे तरीके नाल एक जिहड़ी है ना वो फैसिलिटेट किया जाता है उन्होंने और फिर बड़ी जिहड़ी मैं एक होर जिहड़ी पॉजिटिव चीज़ मैं दसांगा कि साडे बहुत घट है कि साडे जिहड़ा ना ऊंच नीच वाला जिहड़ा नहीं होंदा कि बई कोई गरीब है या कोई अमीर है कोई इन्ना ज़्यादा वो जिहड़ा होंदा ना कि बई कोई चौधराहट वाला या तुसी ये कहो कि जिहड़ा साडे असीं कई जगह ते सुनते हैं कि जिथे मज़ारियां ते वो जिहड़ा जागीरदार वाला वो कल्चर नहीं है मीरपुर बल्कि ये सारे मेरा ख्याल है कि नॉर्थ वाले रीजन नहीं है तो उत्थे मीरपुर खास तौर पर वो नहीं है तो यानी अगर तुहाडा हो सकता है कि तुहाडा अगर हमसाया है या तुहाडा अजीज़ है अगर वो गरीब है फिर साढ़े लोगों ने एक ये किया कि जिहड़े लोग उत्थे बाहर गए तो उन्होंने एक बड़ा अच्छा ट्रेंड ये किया कि जिहड़ा कोई गरीब गुरबा देखिया अपने अजीज़ां विच उन्होंने कोशिश की उत्थे बाहर बुलाने की चाहे रिश्तियां दे जरिए यानी किसी नूं अपनी बेटी किसी नूं बेटा दिता कोई मतलब है कि बेटे की शादी इत्थों कर ली या किसी नूं बेटी दे छड़ी या किसी का उत्थे कारोबार है यानी बहुत सारे लोग ने जिन्हां दे उत्थे कारोबार ने वो फिर उन्हां लोकां नूं जिन्हां नूं वो समझते हैं कि यार है हुण फैमिली है इहदे विच यानी गरीब फैमिली है उन्हां दे एक दो बंदियां नूं किसी ना किसी तरीके नाल उत्थे वो अकोमोडेट करते हैं उन्हां नूं मतलब है कि उत्थे वीज़े भेजते हैं कि बई मेरे कोल कारोबार है तो यह मैनूं फील्ड का बंदा दरकार है ਤੇ ਉਹ ਉਸ ਤਰੀਕੇ ਨਾਲ ਵੀ ਲੋਕਾਂ ਨੂੰ ਤੇ ਇਹ ਬੜੀਆਂ ਪੋਜ਼ਿਟਿਵ ਚੇਂਜ ਬਿਲਕੁਲ ਸਹੀ ਬਿਲਕੁਲ ਤੇ ਸੁਣਨ ਵਾਲਿਆਂ ਨੂੰ ਦੱਸਦਾ ਚੱਲਾਂ ਕਿ ਸਾਡੇ ਨਾਲ ਮੌਜੂਦ ਨੇ ਮੁਹੰਮਦ ਇਰਫਾਨ ਗੌਰੀ ਸਾਹਿਬ ਤੇ ਅਜ਼ਹਰ ਹਿਜਾਜ਼ੀ ਸਾਹਿਬ ਤੁਸੀਂ ਵੀ ਸਾਨੂੰ WhatsApp ਨੰਬਰ 05192915521 ਤੇ ਮੈਸੇਜ ਕਰ ਲਓ ਬਹੁਤ ਸਾਰੇ ਲੋਕੀ ਸਾਨੂੰ ਸੁਣ ਰਹੇ ਨੇ
ਅਹਿਮਦ ਹੁਸੈਨ ਕਾਜ਼ੀ ਸਾਹਿਬ ਹਿਲ ਸਾਈਡ ਰੋਡ ਇਸਲਾਮਾਬਾਦ E7 ਤੋਂ ਸਾਨੂੰ ਸੁਣ ਰਹੇ ਨੇ ਔਰ ਸ਼ੋਅ ਦੀ ਤਾਰੀਫ ਕਰ ਰਹੇ ਨੇ ਤੇ ਤੁਹਾਡੀ ਗੱਲਾਂ ਨੂੰ ਬੜਾ ਪਸੰਦ ਕਰ ਰਹੇ ਨੇ। ਹਾਸ਼ਿਮ ਡੋਗਰ ਸਾਹਿਬ ਜਿਹੜੇ ਨੇ ਰਾਵਲਪਿੰਡੀ ਤੋਂ ਸਾਨੂੰ ਸੁਣ ਰਹੇ ਨੇ। ਜ਼ੇਬਾ ਖਾਤੂਨ ਜੀ ਨੇ ਫਿਰ ਹੀ ਕੋਈ ਮੈਸੇਜ ਕੀਤਾ ਤੇ ਉਹਨੇ ਫਰਮਾਇਸ਼ ਕੀਤੀ ਹੈ ਕਿ ਅਜ਼ਹਰ ਹਿਜਾਜ਼ੀ ਸਾਹਿਬ ਕੋਲ ਤੁਸੀਂ ਕਲਾਮ ਵੀ ਸੁਣੋ ਤੇ ਅਸੀਂ ਜ਼ਰੂਰ ਅਜ਼ਹਰ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗੇ। ਇਹਦੇ ਨਾਲ ਸਾਨੂੰ ਸ਼ਕਰੀਲਾ ਸਰਾਇਲ ਅੰਗੀਰ ਤੋਂ ਫਿਆਜ਼ ਚੌਧਰੀ ਸਾਹਿਬ ਵੀ ਸੁਣ ਰਹੇ ਨੇ। ਰਜ਼ੀਆ ਸੁਲਤਾਨਾ ਰਾਵਲਪਿੰਡੀ ਤੋਂ F7 ਤੋਂ ਸਾਨੂੰ ਰਿਜ਼ਵਾਨ ਸਾਹਿਬ ਸੁਣ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਜੀ ਸ਼ੋਅ ਬੜਾ ਜ਼ਬਰਦਸਤ ਜਾ ਰਿਹਾ ਹੈ ਤੇ ਬੜਾ ਇੰਜੋਏ ਕਰ ਰਹੇ ਨੇ। ਬਹੁਤ ਮਿਹਰਬਾਨੀ ਰਿਜ਼ਵਾਨ ਸਾਹਿਬ। ਰਾਣਾ ਨਾਸਿਰ ਸਾਹਿਬ ਸੁਣ ਰਹੇ ਨੇ ਤੇ ਜੀ ਪਿੰਡ ਗੰਗ ਹੈ ਚੱਕਰੀ ਰੋਡ ਤੇ ਡਾਕਟਰ ਮੁਹੰਮਦ ਇਜਾਜ਼ ਸਾਹਿਬ ਸਾਨੂੰ ਸੁਣ ਰਹੇ ਨੇ। ਮੁਹੰਮਦ ਨਦੀਮ ਸਾਹਿਬ ਸਾਨੂੰ ਸੁਣ ਰਹੇ ਨੇ। ਇਰਫਾਨ ਸਾਹਿਬ, ਸਈਦਾ ਰਿਜ਼ਵੀ ਸਾਹਿਬਾ ਤੇ ਸਾਵਲ ਜੱਟ ਸਾਹਿਬ ਸਾਨੂੰ ਸੁਣ ਰਹੇ ਨੇ। CDA ਤੋਂ ਮੋਹਸਨ ਅਲੀ ਸਾਹਿਬ ਸਾਨੂੰ ਸੁਣ ਰਹੇ ਨੇ ਤੇ ਜੀ ਇਸੇ ਤਰ੍ਹਾਂ ਸਾਨੂੰ ਰਾਜਾ ਤਾਹਿਰ ਸਾਹਿਬ ਤੇ ਇਹਨਾਂ ਦੇ ਨਾਲ ਸਰਦਾਰ ਹਾਸ਼ਰ, ਸ਼ੁਮਾਇਲ ਅਬਾਸੀ, ਸਰਦਾਰ ਅਯਾਜ਼ ਸਾਹਿਬ ਸਾਨੂੰ ਇਸਲਾਮਾਬਾਦ ਤੋਂ ਸੁਣ ਰਹੇ ਨੇ ਤੇ ਸ਼ੋਅ ਦੀ ਤਾਰੀਫ ਕਰ ਰਹੇ ਨੇ। ਤੇ ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਹਾਂ ਜੀ ਅਸੀਂ ਅਜ਼ਹਰ ਹਿਜਾਜ਼ੀ ਸਾਹਿਬ ਕੋਲੋਂ ਕਲਾਮ ਹੀ ਸੁਣਾਂਗੇ। ਉਸ ਤੋਂ ਪਹਿਲੇ ਅਸੀਂ ਵਧਨੇ ਹਾਂ ਤੇ ਇੱਕ ਗੀਤ ਸੁਣਨੇ ਆ। ਇਰਫਾਨ ਸਾਹਿਬ ਤੁਸੀਂ ਪੰਜਾਬੀ ਮੂਸੀਕੀ ਸੁਣਦੇ ਹੋ? ਕੋਈ ਤੁਹਾਡਾ ਪਸੰਦੀਦਾ ਗੁਲੂਕਾਰ? ਸਰ ਅਗਰ ਹਾਮਿਦ ਅਲੀ ਖਾਨ ਸਾਹਿਬ ਨੂੰ ਅਗਰ ਕੋਈ ਹੈਗੇ ਤੁਹਾਡੇ ਕੋਲ ਕੋਈ? ਜੀ ਜ਼ਰੂਰ ਜ਼ਰੂਰ, ਉਹ ਤੇ ਸਾਡੇ ਵੀ ਬੜੇ ਪਸੰਦੀਦਾ ਨੇ ਨਾ। ਤੇ ਤੁਹਾਨੂੰ ਖਾਨ ਸਾਹਿਬ ਨੂੰ ਅਗਰ ਉਹਨਾਂ ਦਾ ਵੀ ਕੋਈ ਚੀਜ਼ ਹੋਵੇ ਲੇਕਿਨ ਜਿਹੜਾ ਵੀ ਤੁਸੀਂ ਇਹਨਾਂ ਚੋਂ ਜਿਹੜਾ ਇਸ ਲਈ ਰੈਜੀਲੀ ਅਵੇਲੇਬਲ ਹੈ ਜ਼ਰੂਰ ਅਸੀਂ ਤੁਹਾਨੂੰ ਹੈ ਕਿ ਇਜਾਜ਼ੀ ਸਾਹਿਬ ਦੇ ਆਪਣਾ ਵੀ ਜਿਹੜਾ ਨਾ ਮੈਂ ਸਮਝਦਾ ਵਾਂ ਕਿ ਯਾਨੀ ਬੜਾ ਮੇਰੇ ਵਾਸਤੇ ਵੀ ਹੈ ਵੇ ਕਿ ਬੜਾ ਮਜ਼ਾ ਆ ਰਿਹਾ। ਬਹੁਤ ਅੱਛਾ ਗਾ ਰਹੇ ਨੇ, ਬਹੁਤ ਅੱਛਾ। ਮਾਸ਼ਾਅੱਲਾ ਲਾਈਵ ਇਸ ਤਰੀਕੇ ਨਾਲ ਪਰਫਾਰਮ ਕਰਨਾ ਜਦੋਂ ਕਿ ਬੰਦਾ ਜਿਹੜਾ ਨਾ ਉਹ ਸਪੌਂਟੇਨੀਅਸਲੀ ਉਹ ਬੜਾ ਮੁਸ਼ਕਿਲ ਹੁੰਦਾ ਹੈ ਔਰ ਉਹਦੇ ਵਿੱਚ ਇਸ ਤਰੀਕੇ ਨਾਲ ਗਾਣਾ ਮੈਂ ਸਮਝਦਾ ਇਹਨਾਂ ਨੂੰ ਐਨਕਰੇਜ ਕਰਨ ਦੀ ਜ਼ਰੂਰਤ ਹੈ। ਰੱਬ ਦਾ ਜਿਹੜਾ ਬੜਾ ਖੁਸੂਸੀ ਕਰਮ ਇਤਨੀ ਅੱਛੀ ਆਵਾਜ਼ ਨਾਲ ਅੱਲਾ ਨੇ ਇਹਨਾਂ ਨੂੰ ਨਵਾਜ਼ਿਆ ਤੇ ਸੁਣਨ ਵਾਲੇ ਵੀ ਬੜੀ ਤਾਰੀਫ ਕਰ ਰਹੇ ਨੇ। ਹਾਂ ਔਰ ਸਾਨੂੰ ਇਹ ਵੇ ਕਿ ਸਾਡੀ ਖੁਸ਼ੀ ਹੈ ਵੇ ਕਿ ਸਾਡੇ ਸਾਫਤ ਤੋਂ ਇਹਨਾਂ ਨਾਲ ਤਾਲੁਕ ਹੈ ਜੀ ਔਰ ਬਹੁਤ ਅੱਛੇ ਸਾਫੀ ਵੀ ਨੇ ਔਰ ਉਸ ਤੋਂ ਇਲਾਵਾ ਸ਼ੌਕੀਆ ਤੌਰ ਤੇ ਬਹੁਤ ਅੱਛਾ ਗਾ ਰਹੇ ਨੇ। ਠੀਕ, ਅਸੀਂ ਪਰਤ ਕੇ ਆਵਾਂਗੇ ਤੁਸੀਂ ਇਹਨਾਂ ਕੋਲ ਇਹ ਵੀ ਪੁੱਛਾਂਗੇ, ਸਾਫਤ ਬਾਰੇ ਵੀ ਗੱਲ ਕਰਾਂਗੇ। ਤੇ ਹੁਣ ਅਸੀਂ ਸੁਣਨੇ ਆ ਹਾਮਦ ਅਲੀ ਖਾਨ ਹੋਰਾਂ ਦੀ ਆਵਾਜ਼ ਵਿੱਚ ਇੱਕ ਗੀਤ ਤੇ ਫਿਰ ਪਰਤ ਕੇ ਆਨੇ ਆ। ਸੁਣਦੇ ਰਹਿਣਾ FM ਪੰਜਾਬ ਰੰਗ 99.4 ਜੀ। ਪਰਤ ਕੇ ਇੱਕ ਵਾਰੀ ਫੇਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੁਸੀਂ ਹਾਮਦ ਅਲੀ ਖਾਨ ਹੋਰਾਂ ਦਾ ਕਲਾਮ ਸੁਣ ਰਹੇ ਸੋ ਤੇ ਤੁਹਾਨੂੰ ਦੱਸਦਾ ਚਲਾਂ ਕਿ ਸਾਡੇ ਨਾਲ ਮੌਜੂਦ ਨੇ ਮੁਹੰਮਦ ਇਰਫਾਨ ਗੌਰੀ ਸਾਹਿਬ, ਬੁਨਿਆਦੀ ਤੌਰ ਤੇ ਸਹਾਫੀ ਨੇ। ਸਿਆਹਤ ਨਾਲ ਜਿਹੜਾ ਇਹਨਾਂ ਦਾ ਇੱਕ ਵਾਬਸਤਗੀ ਹੈ ਔਰ ਦਰਸੋ ਤਦਰੀਸ ਨਾਲ ਇੱਕ ਜੁੜਤ ਹੈ। ਤੇ ਸਾਡੇ ਅੱਜ ਦੇ ਦੂਜੇ ਪ੍ਰਾਹੁਣੇ ਨੇ ਅਜ਼ਹਰ ਹਿਜਾਜ਼ੀ ਸਾਹਿਬ ਤੇ ਇਹਨਾਂ ਨੇ ਆਪਣੀ ਬੜੀ ਸੋਹਣੀ ਆਵਾਜ਼ ਵਿੱਚ ਸਾਨੂੰ ਕਲਾਮ ਵੀ ਸੁਣਾਏ ਨੇ। ਤੇ ਮੈਂ ਇਹਨਾਂ ਕੋਲ ਮਜ਼ੀਦ ਕਲਾਮ ਸੁਣਨ ਤੋਂ ਪਹਿਲੇ ਮੈਂ ਇਹਨਾਂ ਕੋਲ ਪੁੱਛਣਾ ਚਾਹਾਂਗਾ ਕਿ ਤੁਸੀਂ ਇੱਕ ਸਹਾਫੀ ਵੀ ਹੋ ਤੇ ਆਪਣੀ ਸਹਾਫੀ ਜ਼ਿੰਮੇਵਾਰੀਆਂ ਬਾਰੇ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਸਰ ਮੇਰਾ ਖਿਆਲ ਹੈ ਕਿ ਇਰਫਾਨ ਭਾਈ ਨੇ ਬਹੁਤ ਜ਼ਿਆਦਾ ਜਿਹੜਾ ਤਬਸਰਾ ਕਰ ਦਿੱਤਾ ਸਾਫਤ ਤੇ ਹਾਲਾਂਕਿ ਇਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਨਾ ਟ੍ਰੇਨਿੰਗ ਦਾ ਉਹਦਾ ਮੈਂ ਹਿੱਸਾ ਹਾਂ ਤੇ ਬੰਦਾ ਤਾਂ ਸਾਰੀ ਉਮਰ ਸਿੱਖਦਾ ਤੇ ਅਸੀਂ ਵੀ ਸਿੱਖ ਰਹੇ ਹਾਂ। ਤਾਲਬ ਇਲਮ ਮੈਂ ਗੁਜ਼ਸ਼ਤਾ 23 ਸਾਲ ਤੋਂ ਸਾਫਤ ਦੇ ਤੇ ਬਸ ਚੱਲ ਰਿਹਾ ਤੇ ਇਸ ਲਈ ਤੁਸੀਂ ਪ੍ਰੈਕਟੀਕਲੀ ਵੀ ਜੀ ਅਲਹਮਦੁਲਿਲਾ ਮੈਂ ਕੋਰਟ ਰਿਪੋਰਟਰ ਹਾਂ ਔਰ ਇੱਕ ਜਗ੍ਹਾ ਤੇ ਨਿਊਜ਼ ਐਡੀਟਰ। ਠੀਕ ਹੈ। ਸੁਬਹ ਔਰ ਸ਼ਾਮ ਚੂੰਕਿ ਸਾਫੀ ਇੱਕ ਡਿਊਟੀ ਤੇ ਗੁਜ਼ਾਰਾ ਨਹੀਂ ਹੁੰਦਾ ਸਾਫੀ ਦਾ ਨਾ, ਸਰਵਾਈਵਲ ਬਹੁਤ ਮੁਸ਼ਕਿਲ। ਠੀਕ ਹੈ। ਅਜ਼ਹਰ ਹਿਜਾਜ਼ੀ ਸਾਹਿਬ ਸਾਡੇ ਕੋਲ ਵੇਲਾ ਹੁਣ ਜਿਹੜਾ ਉਹ ਬਹੁਤ ਘੱਟ ਰਹਿ ਗਿਆ ਤੇ ਮੈਂ ਚਾਹਾਂਗਾ ਤੁਸੀਂ ਸਾਨੂੰ ਮਜ਼ੀਦ ਕਲਾਮ ਸੁਣਾਓ। ਤੇ ਕੀ ਸੁਣਾ ਰਹੇ ਹੋ ਸਾਨੂੰ? ਸਰ ਤੁਹਾਡੀ ਫਰਮਾਇਸ਼ ਤੁਸੀਂ ਜ਼ਿਕਰ ਕੀਤਾ ਸੀ ਬਲਕਿ ਅੱਜ ਸਿੱਖ ਮਿੱਤਰਾਂ ਦੀ ਵਧੇਰੀ। ਜੀ ਜ਼ਰੂਰ ਜ਼ਰੂਰ ਅਲੀ ਸ਼ਾਹ ਸਾਹਿਬ ਦਾ ਜ਼ਰੂਰ ਬਿਸਮਿਲ੍ਲਾ ਗੁਜ਼ਾਰਿਸ਼ ਕਰਦਾ ਇਨਸ਼ਾਅੱਲਾ। ਅੱਜ ਸਿੱਖ ਮਿੱਤਰਾਂ ਦੀ ਵਧੇਰੀ ਏ ਕਿਉਂ ਜਿੰਦੜੀ ਉਦਾਸ ਘਨੇਰੀ ਏ ਲੋ ਵਿੱਚ ਸ਼ੌਕ ਚੰਗੇਰੀ ਏ ਅੱਜ ਨੈਣਾ ਲਾਇਆ ਕਿਉਂ ਜੜੀਆਂ ਅੱਜ ਨੈਣਾ
लाया क्यों जड़ियां, मुख चंद बदे शाशानिए, मथे चमकदी लाट नूरानिए, मुख चंद बदर शाशानिए, मथे चमकदी लाट नूरानिए, काली जुल्फ ते अख मस्तानिए, मखमूर अखीन मद भरियां, काले जुल्फ ते अख मस्तानिए, मखमूर अखीन मद भरियां, इस सूरत नू मैं जाना खा, जाना खा के जान जाना खा, इस सूरत नू मैं जाना खा, जाना खा के जान जाना खा, सच आखा ते रब दी शान आखा, जिस शान तो शाना सब बनिया, सच आखा ते रब दी शान आखा, जिस शान तो शान सब बनिया। सुभान अल्लाह सुभान अल्लाह। ਤੁਸੀਂ ਸੁਣ ਰਹੇ ਸੋ ਹਜ਼ਰਤ ਪੀਰ ਮਹਿਰ ਅਲੀ ਸ਼ਾਹ ਹੋਰਾਂ ਦਾ ਕਲਾਮ ਤੇ ਆਵਾਜ਼ ਸੀ ਅਜ਼ਹਰ ਹਿਜਾਜ਼ੀ ਸਾਹਿਬ ਦੀ, ਤੇ ਸੁਣ ਕੇ ਇੱਕ ਅਜੀਬੋ ਗਰੀਬ ਕੈਫੀਅਤ ਆ ਰਹੀ ਹੋਗੀ ਜਿਹੜੀ ਅਸੀਂ ਬਿਆਨ ਨਹੀਂ ਕਰ ਸਕਦੇ। ਤੇ ਹੁਣ ਸਾਡੇ ਸ਼ੋਅ ਦਾ ਵੇਲਾ ਜਿਹੜਾ ਤਕਰੀਬਨ ਮੁੱਕਣ ਵਾਲਾ ਹੈ, ਤੇ ਜਾਂਦੇ ਜਾਂਦੇ ਮੈਂ ਮੁਹੰਮਦ ਇਰਫਾਨ ਗੌਰੀ ਸਾਹਿਬ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਸਿਆਹਤ ਨਾਲ ਤੁਹਾਡਾ ਇੱਕ ਜੁੜਤ ਹੈ ਔਰ ਤੁਸੀਂ ਦੁਨੀਆ ਦੇ ਕਾਫੀ ਮੁਲਕ ਘੁੰਮੇ ਹੋ, ਤੇ ਇਹਦੇ ਬਾਰੇ ਜਿਹੜਾ ਸਾਡੇ ਸੁਣਨ ਵਾਲਿਆਂ ਨੂੰ ਦੱਸੋ। ਸਰ, ਇੱਕ ਤਾਂ ਮੈਂ ਇਹ ਸਾਰੇ ਲੋਕਾਂ ਨੂੰ ਵੀ ਕਹਾਂਗਾ, ਆਪਣੇ ਦੋਸਤਾਂ ਨੂੰ ਵੀ ਕਹਿਣਾ ਕਿ ਅਗਰ ਮੌਕਾ ਮਿਲੇ ਤੇ ਅੱਲਾ ਦੀ ਦੁਨੀਆ ਬੜੀ ਖੂਬਸੂਰਤ ਹੈ ਔਰ ਅੱਲਾ ਦੀ ਦੁਨੀਆ ਬੜੀ ਵਸੀ, ਯਾਨੀ ਦੋ ਕਿ ਕਾਇਨਾਤ ਵਿੱਚ ਤੇ ਸ਼ਾਇਦ ਇੱਕ ਜ਼ਰਰੇ ਦੇ ਬਰਾਬਰ ਵੀ ਨਹੀਂ ਅੱਲਾ ਦੀ ਜਿਹੜੀ ਕਾਇਨਾਤ ਹੈ, ਲੇਕਿਨ ਜਿਹੜੀ ਦੁਨੀਆ ਜਿਹੜੀ ਅਸੀਂ ਆਪਣੀ ਜ਼ਿੰਦਗੀ ਵਿੱਚ ਦੇਖ ਸਕਨੇ ਹਾਂ, ਜ਼ਰੂਰ ਦੇਖੋ। ਚਾਹੇ ਪਾਕਿਸਤਾਨ ਦੇ ਅੰਦਰ ਬੜੀਆਂ ਬੜੀਆਂ ਖੂਬਸੂਰਤ ਜਗ੍ਹਾ, ਔਰ ਅਗਰ ਮੌਕਾ ਮਿਲੇ ਤਾਂ ਪਾਕਿਸਤਾਨ ਤੋਂ ਬਾਹਰ ਵੀ ਜਾਓ, ਤੁਹਾਡੀ ਲਰਨਿੰਗ ਹੋਏਗੀ, ਤੁਸੀਂ ਸਿੱਖੋਗੇ। ਯਾਨੀ ਟਰੈਵਲਿੰਗ ਜਿਹੜੀ ਹੈ ਨਾ, ਉਹ ਸਰ ਬੰਦੇ ਨੂੰ ਇੰਨਾ ਕੁਝ ਸਿਖਾਉਂਦੀ ਹੈ।
ਤੁਹਾਨੂੰ ਦੂਸਰੀਆਂ ਤਹਿਜ਼ੀਬਾਂ ਦਾ ਪਤਾ ਲੱਗਦਾ ਹੈ, ਦੂਸਰਿਆਂ ਦੇ ਲੋਕਾਂ ਦੇ ਹਵਾਲੇ ਨਾਲ ਉਹਨਾਂ ਦਾ ਕੀ ਕਲਚਰ ਹੈ, ਉਹਨਾਂ ਦੀਆਂ ਕੀ ਨੋਰਮਸ ਨੇ, ਇਹ ਪਤਾ ਲੱਗਦਾ ਹੈ। ਫਿਰ ਤੁਸੀਂ ਜਦੋਂ ਕੰਪੇਅਰ ਕਰਦੇ ਹੋ ਆਪਣੇ ਆਪ ਨੂੰ ਤਾਂ ਤੁਹਾਨੂੰ ਪਤਾ ਲੱਗਦਾ ਕਿ ਤੁਸੀਂ ਕਿੱਥੇ ਖੜੇ ਹੋ, ਦੁਨੀਆ ਕਿੱਥੇ ਖੜੀ ਹੈ। ਕਿੰਨਾ ਹਵਾਲਿਆਂ ਨਾਲ ਤੁਹਾਡੀ ਜਿਹੜੀਆਂ ਚੀਜ਼ਾਂ ਨੇ ਉਹ ਜ਼ਿਆਦਾ ਬਿਹਤਰ ਨੇ, ਕਿਸ ਜਗ੍ਹਾ ਤੋਂ ਤੁਸੀਂ ਲਰਨ ਕਰ ਸਕਦੇ ਹੋ। ਤੇ ਕੋਈ ਇੱਕ ਬੜੀ ਹਦੀਸ ਬਿਆਨ ਕੀਤੀ ਜਾਂਦੀ ਹੈ ਕਿ ਇਲਮ ਹਾਸਲ ਕਰੋ ਚਾਹੇ ਤੁਹਾਨੂੰ ਚੀਨ ਵੀ ਜਾਣਾ ਪਏ। ਯਾਨੀ ਚਾਈਨਾ ਜਿਹੜਾ ਸੀ ਉਸ ਵੇਲੇ ਕੋਈ ਇਹ ਤਾਂ ਨਹੀਂ ਸੀ ਕਿ ਉਸ ਵੇਲੇ ਕੋਈ ਮੁਸਲਮਾਨ ਮੁਲਕ ਸੀ ਜਾਂ ਕੋਈ ਉਹਦੇ ਵਿੱਚ ਤੁਸੀਂ ਇਹ ਸਿੱਖਣਾ ਸੀ, ਕੋਈ ਦੀਨ ਇਸਲਾਮ ਸਿੱਖਣਾ ਸੀ। ਦੀਨ ਇਸਲਾਮ ਤੇ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਆਪ ਮੌਜੂਦ ਸੀ। ਆਪ ਸੱਲੱਲਾਹੁ ਅਲੈहि ਵਸੱਲਮ ਦੀ ਮੌਜੂਦਗੀ 'ਚ ਕੋਈ ਹੋਰ ਕਿਹੜਾ ਮੁਅੱਲਮ ਹੋ ਸਕਦਾ। ਲੇਕਿਨ ਕਹਿਣ ਦਾ ਮਕਸਦ ਕੀ ਸੀ, ਆਪ ਦੇ ਫਰਮਾਨ ਦਾ ਮਕਸਦ ਇਹ ਸੀ ਕਿ ਦੁਨੀਆ ਤੁਸੀਂ ਜਾਓਗੇ ਤੇ ਤੁਸੀਂ ਉੱਥੇ ਦੇ ਉਲੂਮ ਨੇ ਉਹ ਵੀ ਸਿੱਖੋ। ਤੇ ਮੈਂ ਜਿਹੜਾ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਜਿਹੜਾ ਜਰਨਲਿਜ਼ਮ ਹੈ ਜਾਂ ਹੋਰ ਵੀ ਬਹੁਤ ਸਾਰੇ ਸ਼ੋਬੇ ਨੇ, ਉਹਦੇ ਵਿੱਚ ਅਗਰ ਤੁਸੀਂ ਟਾਈਮ ਕੱਢ ਸਕੋ, ਥੋੜਾ ਜਿਹਾ ਐਫਰਟ ਕਰੋ ਤੇ ਜ਼ਰੂਰ ਕੋਸ਼ਿਸ਼ ਕਰੋ। ਔਰ ਇਹ ਕੋਈ ਇੰਨਾ ਮਹਿੰਗਾ ਵੀ ਕੰਮ ਨਹੀਂ ਹੈ। ਯਾਨੀ ਵੈਸਟ ਜਿਹੜਾ ਹੈ ਨਾ, ਉਹ ਤਾਂ ਤੁਸੀਂ ਦੇਖਿਆ ਹੋਣਾ, ਇੱਕ ਬੈਕਪੈਕ ਉਹ ਲੈਂਦੇ ਨੇ ਔਰ ਨਿਕਲ ਜਾਂਦੇ ਨੇ। ਔਰ ਉਹ ਯਾਨੀ ਟਰੈਵਲਿੰਗ ਜਿਹੜੀ ਹੈ, ਤੇ ਅਸੀਂ ਤਾਂ ਇਹ ਸੋਚਣਾ ਕਿ ਅਸੀਂ 5 ਸਟਾਰ ਹੋਟਲਾਂ 'ਚ ਹੀ ਰਹਿਣਾ ਹੈ ਤੇ ਉਹੀ ਜਿਹੜਾ ਨਾ ਉਹ ਟਰੈਵਲਿੰਗ ਹੋਏਗੀ। ਤੁਸੀਂ ਉਹ ਬੜੀਆਂ ਸਹੂਲਤਾਂ, ਯਾਨੀ ਉਹ ਜਿਹੜੀ ਟੂਰਿਜ਼ਮ ਜਿਹੜਾ ਹੈ ਨਾ, ਉਹ ਤੋਂ ਇੰਨਾ ਡਿਵੈਲਪ ਹੈ ਕਿ ਤੁਸੀਂ ਬੜਾ ਥੋੜੇ ਬਜਟ ਤੋਂ ਵੀ ਕਰ ਸਕਦੇ ਹੋ ਔਰ ਜਿੰਨਾ ਵੱਡੇ ਬਜਟ ਤੋਂ ਵੀ ਕਰਨਾ ਚਾਹੋ। ਉਹਦੇ ਵਿੱਚ ਜਿਹੜੀ ਲਰਨਿੰਗ ਹੋਏਗੀ ਨਾ, ਉਹ ਬੜਾ ਮੈਟਰ ਕਰਦੀ ਹੈ। ਹਰ ਸਫ਼ਰ ਵਿੱਚ ਤੁਸੀਂ ਜਿੰਨੀ ਦਫਾ ਜਾਓਗੇ ਤੁਸੀਂ ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਹੈ ਉਹ ਸਿੱਖ ਕੇ ਆਓਗੇ। ਔਰ ਇਹ ਚੀਜ਼ ਜਿਹੜੀ ਹੈ ਫਿਰ ਜਦੋਂ ਵਾਪਸ ਆਓ ਤੇ ਤੁਸੀਂ ਜ਼ਰੂਰ ਉਹ ਲੋਕਾਂ ਨੂੰ ਸ਼ੇਅਰ ਵੀ ਕਰੋ ਔਰ ਲੋਕਾਂ ਨੂੰ ਤਰਗੀਬ ਵੀ ਦਿਓ। ਚੰਗੀਆਂ ਗੱਲਾਂ ਜਿਹੜੀਆਂ ਨੇ ਨਾ, ਉਹ ਤੁਸੀਂ ਜਿੰਨਾ ਵੀ ਅੱਗੇ ਫੈਲਾ ਸਕੋ ਕੋਸ਼ਿਸ਼ ਕਰੋ, ਤਾਂ ਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਅੱਛਾਈ ਜਾਂ ਅੱਛੀ ਚੀਜ਼ ਜਿਹੜੀ ਉਹ ਜਦੋਂ ਤੁਸੀਂ ਪ੍ਰੋਮੋਟ ਕਰੋਗੇ ਤਾਂ ਮੁਆਸ਼ਰੇ ਵਿੱਚ ਜਿਹੜੀ ਹੈ ਪੋਜ਼ਿਟਿਵਿਟੀ ਆਉਂਦੀ ਹੈ। ਅੱਛਾ ਇਰਫਾਨ ਗੌਰੀ ਸਾਹਿਬ, ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਤੇ ਮੈਂ ਚਾਹਾਂਗਾ ਜਾਂਦੇ ਜਾਂਦੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਤੇ ਖਾਸ ਕਰ ਜਿਹੜੇ ਜਰਨਲਿਜ਼ਮ ਦੇ ਜਿਹੜੇ ਸਟੂਡੈਂਟਸ ਨੇ ਸਾਨੂੰ ਸੁਣ ਰਹੇ ਨੇ, ਉਹਨਾਂ ਨੂੰ ਤੁਸੀਂ ਮੁਖਤਸਰ ਜਿਹਾ ਪੈਗਾਮ ਦੇਣਾ ਚਾਹੋਗੇ। ਸਰ, ਸੱਚਾਈ, ਇੰਟੈਗ੍ਰਿਟੀ। ਵਾਹ, ਠੀਕ ਹੈ। ਇਹ ਦੋ ਚੀਜ਼ਾਂ ਐਸੀਆਂ ਨੇ ਕਿ ਇਨਸਾਨ ਇੱਕ ਤੇ ਕਿ ਸੱਚਾਈ, ਯਾਨੀ ਸੱਚਾਈ ਤੁਹਾਡੇ ਅੰਦਰ ਦੀ ਵੀ ਸੱਚਾਈ, ਠੀਕ ਹੈ, ਜਿਹੜੀ ਗੱਲ ਕਰੋ ਉਹਦੇ ਤੇ ਵੀ ਤੁਸੀਂ ਉਹ ਪੂਰੇ ਕਰੋ, ਠੀਕ ਹੈ, ਜਿਹੜੀ ਕਮਿਟਮੈਂਟ ਕਰੋ ਉਹ ਵੀ ਪੂਰੀ ਕਰੋ। ਔਰ ਇੰਟੈਗ੍ਰਿਟੀ ਇਹ ਵੇ ਕਿ ਆਪਣਾ ਜਿਹੜਾ ਤੁਹਾਡੀ ਇੱਕ ਜਿਹੜਾ ਐਜ਼ ਅ ਇਨਸਾਨ, ਐਜ਼ ਅ ਪ੍ਰੋਫੈਸ਼ਨਲ ਜਿਹੜੀਆਂ ਤੁਹਾਡੀਆਂ ਕਮਿਟਮੈਂਟਸ ਨੇ ਜਾਂ ਜਿਹੜੀਆਂ ਤੁਹਾਡੇ ਫਰਾਇਜ਼ ਨੇ ਔਰ ਜਿਹੜੇ ਤੁਹਾਡੇ ਹਕੂਕ ਵੀ ਨੇ, ਉਹਨਾਂ ਦੇ ਉੱਤੇ ਤੁਸੀਂ ਕੰਪਰੋਮਾਈਜ਼ ਨਾ ਕਰੋ। ਵਾਹ, ਮੇਰਾ ਖਿਆਲ ਹੈ ਕਿ ਵਾਹ, ਐਸੇ ਬੜੇ ਸੋਹਣੇ ਪੈਗਾਮ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਮੈਨੂੰ ਨਾਸਿਰ ਅਹਿਮਦ ਤੇ ਅੱਜ ਦੇ ਸਾਡੇ ਪ੍ਰਾਹੁਣੇ ਮੁਹੰਮਦ ਇਰਫਾਨ ਗੌਰੀ ਸਾਹਿਬ ਤੇ ਅਜ਼ਹਰ ਹਿਜਾਜ਼ੀ ਸਾਹਿਬ ਤੇ ਸਾਡੇ ਪੈਨਲ ਤੇ ਸਈਦ ਇਮਾਦ ਤਾਬਿਸ਼, ਰੱਬ ਰੱਖਾ।